खुश आमदीद। तुसीं वेख रहे हो गल्लां ते गीत। तीर कमान की हुंदा है असीं सारे ही जाणदे हां। एक तीर लवो, उहनूं कमान ते चढ़ाओ, पूरे जोर नाल पूरा खिच लवो, पर कोई निशाना नहीं लैना, कोई दिशा नहीं लैनी ते तीर नूं छड्ड दिओ बिना निशाने तो, बिना दिशा तो। ते वो तीर की करेगा? वो किसी का भी कोई भी नुकसान कर सकता है। ठीक उसी तरह है यंग एज, जवानी, नौजवानी। पूरा जोर है पर जे कोई दिशा नहीं, कोई निशाना नहीं, वो भी नुकसान पहुँचा सकती है एक तीर वाकण। तो जे दिशा है, निशाना है, तो वही नौजवानी, वही जवानी फायदेमंद साबित हो सकती है, पूरे समाज के लिए सिर्फ फायदा दे सकती है। तो उसनू चैनलाइज करने वास्ते कोई ना कोई सिस्टम चाहिए है, कोई ना कोई ढंग तरीका चाहिए है। तो वो वास्ते मौजूद ने युवक मेले। तो असीं गल करांगे अज युवक मेलियां दी कि उन्हां दी सार्थकता की है, तो युवक मेलियां दी भूमिका की है नौजवानी नूं सीधे राह ते पाउण वास्ते। ते इस विचार चर्चा दे विच साडे नाल स्टूडियोज़ दे विच शामिल ने डॉक्टर गुरसेवक लंबी जी, जो कि मुखी ने यूथ वैलफेयर सैक्शन पंजाबी यूनिवर्सिटी पटियाला तो। बहुत बहुत स्वागत करते हैं तुहाडा अपने शो दे विच। बहुत बहुत धन्यवाद जी। सो युवक मेलिਆਂ ਦੀ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਨੌਜਵਾਨੀ ਦੀ ਗੱਲ ਕਰਦੇ ਹਾਂ, ਜੋ ਇਹ ਅਵਸਥਾ ਹੁੰਦੀ ਹੈ ਇਨਸਾਨ ਦੀ। ਕਹਿੰਦੇ ਨੇ ਕਿ ਬੜੀ ਨਾਜ਼ੁਕ ਅਵਸਥਾ ਹੈ, ਔਰ ਜੋ ਇਨਸਾਨ ਆਪਣੀ ਨੌਜਵਾਨੀ ਵਿੱਚ ਸੰਭਲ ਗਿਆ ਸਾਰੀ ਉਮਰ ਸੰਭਲਿਆ ਰਹਿੰਦਾ ਹੈ। ਸੋ ਨੌਜਵਾਨੀ ਬਾਰੇ ਦੋ ਸ਼ਬਦ ਕੀ ਕਹਿਣਾ ਚਾਹੋਗੇ? ਜ਼ਿੰਦਗੀ ਦਾ ਜਿਹੜਾ ਇਹ ਪੜਾਅ ਹੁੰਦਾ ਹੈ, ਨੌਜਵਾਨੀ ਜਾਂ ਚੜ੍ਹਦੀ ਉਮਰ, ਇਸ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਤਰੰਗਾਂ ਹੁੰਦੀਆਂ ਨੇ, ਬਹੁਤ ਸਾਰੇ ਸੁਪਨੇ ਹੁੰਦੇ ਨੇ, ਬਹੁਤ ਸਾਰੀ એનર્ਜੀ ਹੁੰਦੀ ਹੈ, ਬਹੁਤ ਸਾਰੀ ਮੁਹੱਬਤ ਹੁੰਦੀ ਆ, ਬਹੁਤ ਕੁਝ ਹੁੰਦਾ। ਔਰ ਜਿਹੜੇ ਯੂਥ ਫੈਸਟੀਵਲ ਨੇ, ਯੁਵਕ ਮੇਲੇ ਨੇ, ਉਸ ਦੇ ਵਿੱਚ ਤੁਹਾਡੇ ਕੋਲੇ ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਜਾਣ ਵਾਸਤੇ ਬਹੁਤ ਸਾਰੇ ਰਸਤੇ ਹੁੰਦੇ ਨੇ। ਤੋ ਯੁਵਕ ਮੇਲੇ ਜਿਹੜੇ ਹੈਗੇ ਆ, ਉਸ ਚੜ੍ਹਦੀ ਜਵਾਨੀ ਨੂੰ, ਉਸ ਜੋਸ਼ ਨੂੰ, ਉਸ ਸ਼ਿੱਦਤ ਨੂੰ ਆਪਣੇ ਇੱਕ ਦਿਸ਼ਾ ਦਿੰਦੇ ਨੇ ਕਿ ਤੁਸੀਂ ਕਿਸੇ ਵੀ ਪਾਸੇ ਜਾ ਸਕਦੇ ਹੋ। ਆਪਣੀ એનર્ਜੀ ਨੂੰ ਪੋਜ਼ਿਟਿਵ ਵਾਲੇ ਪਾਸੇ ਰੱਖ ਕੇ ਤੁਸੀਂ ਆਪਣੀ એનર્ਜੀ ਨੂੰ ਹੋਰ ਅੱਛੀ ਤਰ੍ਹਾਂ ਤਰਾਸ਼ ਕੇ ਆਪਣੇ ਆਪ ਨੂੰ ਤਰਾਸ਼ ਸਕਦੇ ਹੋ, ਲੋਕਾਂ ਲਈ ਤਰਾਸ਼ ਸਕਦੇ ਹੋ, ਸਮਾਜ ਲਈ ਤਰਾਸ਼ ਸਕਦੇ ਹੋ, ਜ਼ਿੰਦਗੀ ਲਈ ਤਰਾਸ਼ ਸਕਦੇ ਹੋ। ਸੋ ਇਹ ਯੁਵਕ ਮੇਲਿਆਂ ਦੀ ਇੱਕ ਵੱਡੀ ਜਿਹੜੀ ਪਹੁੰਚ ਵੀ ਹੈ, ਉਹਨਾਂ ਦੀ ਵਿਸ਼ੇਸ਼ਤਾ ਵੀ ਹੈ, ਉਹਨਾਂ ਦੀ ਮਹੱਤਤਾ ਵੀ ਆ, ਉਹਨਾਂ ਦੀ ਸਾਰਥਕਤਾ ਵੀ ਆ, ਉਹਨਾਂ ਦੀ ਭੂਮਿਕਾ ਵੀ ਹੈ। ਸੋ ਆਪਾਂ ਸ਼ੁਰੂ ਕਰਦੇ ਹਾਂ ਕਿ ਜਦੋਂ ਬਚਪਨ 'ਚ ਅਸੀਂ ਸਕੂਲਾਂ ਦੇ ਵਿੱਚ ਬਾਲ ਸਭਾਵਾਂ ਲਾਉਂਦੇ ਹਾਂ, ਉਹਦੇ ਵਿੱਚ ਵੀ ਬੱਚਿਆਂ ਦਾ ਟੈਲੈਂਟ, ਬੱਚਿਆਂ ਦਾ ਹੁਨਰ ਸਾਹਮਣੇ ਆਉਂਦਾ ਹੈ ਤੇ ਜਿਹੜੇ ਇਸ ਦਿਸ਼ਾ ਵੱਲ ਅੱਗੇ ਵਧਦੇ ਨੇ ਉਹਨਾਂ ਨੂੰ ਜਾ ਕੇ ਫਾਇਦਾ ਹੁੰਦਾ। ਜਦੋਂ ਕਾਲਜ ਵਿੱਚ ਪਹੁੰਚਦੇ ਨੇ ਉੱਥੇ ਉਹਨਾਂ ਨੂੰ ਸਾਥ ਮਿਲਦਾ ਹੈ ਯੂਥ ਫੈਸਟੀਵਲਸ ਦਾ, ਯੁਵਕ ਮੇਲਿਆਂ ਦਾ। ਸੋ ਇਹ ਬਚਪਨ ਤੋਂ ਹੀ ਜਿਹੜੀ ਪਿਰਤ ਪੈਂਦੀ ਹੈ ਜੀਵਨ ਦੇ ਵਿੱਚ, ਬਚਪਨ ਦੇ ਵਿੱਚ ਹੀ ਜਿਹੜਾ ਆਧਾਰ ਬਣਦਾ ਹੈ, ਉਸ ਦੇ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਬਿਲਕੁਲ, ਅਸਲ 'ਚ ਇਹ ਹੈ ਕਿ ਜਦੋਂ ਬੱਚਾ ਛੋਟਾ ਹੁੰਦਾ ਤਾਂ ਉਹ ਛੋਟੀ ਉਮਰ ਤੋਂ ਵੱਧ ਸਿੱਖਦਾ। ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ, ਸਾਨੂੰ ਹੁਣ ਕੋਈ ਕਹੇ ਕਿ ਤੁਸੀਂ ਹੋਰ ਭਾਸ਼ਾਵਾਂ ਸਿੱਖੋ, ਅਸੀਂ ਉਨੀਆਂ ਸੌਖੀ ਤਰ੍ਹਾਂ ਨਹੀਂ ਸਿੱਖ ਸਕਾਂਗੇ। ਪਰ ਜਦੋਂ ਬੱਚਾ ਜਦੋਂ ਗਰੋ ਕਰ ਰਿਹਾ, ਉਹਦਾ ਵਿਕਾਸ ਹੋ ਰਿਹਾ, ਤਾਂ ਉਹਦੇ 'ਚ ਉਹ ਵੱਧ ਸਿੱਖਦਾ। ਅਤੇ ਜਦੋਂ ਜਿਹੜੇ ਪਰੰਪਰਾ ਹੁਣ ਇਹ ਘੱਟ ਵੀ ਗਈ ਹੈ ਸਕੂਲਾਂ ਦੇ ਵਿੱਚ ਕਿ ਬਾਲ ਸਭਾਵਾਂ ਹੁੰਦੀਆਂ ਸੀ, ਔਰ ਉੱਥੇ ਜਿਹੜਾ ਉਹ ਹੁਣ ਕੁਛ ਹੋਰ ਰੂਪ ਦੇ ਵਿੱਚ ਸਾਡੇ ਕੋਲ ਆ। ਪਰ ਉੱਥੇ ਹਰ ਸ਼ਨੀਵਾਰ ਤੁਸੀਂ ਗੀਤ ਗਾਉਣੇ ਨੇ, ਤੁਸੀਂ ਬਹੁਤ ਸਾਰੀਆਂ ਐਕਟੀਵਿਟੀਜ਼ ਦੇ ਨਾਲ, ਤੁਸੀਂ ਬਹੁਤ ਸਾਰੀ ਗਤੀਵਿਧੀ ਦੇ ਨਾਲ ਜੁੜਨਾ। ਤਾਂ ਇੱਕ ਚੈਨਲ ਜਿਹੜਾ ਛੋਟੀ ਉਮਰ ਤੋਂ ਹੀ ਬੱਚਾ ਜਿਹੜਾ ਹੈਗਾ ਉਹ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਸੀ। ਅੱਗੇ ਜਾ ਕੇ ਫਿਰ ਉਸਦੇ ਜਿਹੜੇ ਸਕੂਲ ਦੀਆਂ ਵੱਡੀਆਂ ਕਲਾਸਾਂ ਸੀ, ਫਿਰ ਉਹਨਾਂ ਦੇ ਵਿੱਚ ਜਿਹੜੇ ਕੰਪੀਟੀਸ਼ਨ ਹੁੰਦੇ ਨੇ, ਉਹਨਾਂ ਦੇ ਮੁਕਾਬਲੇ ਹੁੰਦੇ ਨੇ। ਫਿਰ ਉਸ ਤੋਂ ਅੱਗੇ ਆ ਕੇ ਜਿਹੜੇ ਯੂਥ ਫੈਸਟੀਵਲ, ਯੂਨੀਵਰਸਿਟੀਆਂ ਦੇ ਫੈਸਟੀਵਲਸ ਹੁੰਦੇ ਨੇ, ਉਹਨਾਂ ਦੇ ਵਿੱਚ ਮੀਨਸ ਸਟੈਪ ਬਾਏ ਸਟੈਪ ਬੱਚਾ ਜਿਹੜਾ ਸਿੱਖਦਾ ਜਾਂਦਾ। ਅਤੇ ਫਿਰ ਹੌਲੀ 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 ਉਹ ਜਦੋਂ ਮੁਕਾਬਲੇ ਦੀ ਭਾਵਨਾ ਦੇ ਵਿੱਚ ਆਉਂਦਾ ਜਾਂ ਮੁਕਾਬਲੇ ਦੇ ਨਾਲ ਜੁੜਦਾ, ਤਾਂ ਉਹ ਜਿਹੜਾ ਉਸਨੇ ਪਿਛਲੇ 10 ਸਾਲਾਂ ਤੋਂ 12 ਸਾਲਾਂ ਤੋਂ ਸਿੱਖਿਆ ਹੁੰਦਾ, ਤਾਂ ਜਿਹੜਾ ਵੱਧ ਸਿੱਖੇਗਾ ਉਹ ਅੱਗੇ ਵੀ ਆਏਗਾ। ਇਹ ਕੁਦਰਤੀ ਗੱਲ ਹੈ ਕਿ ਜਿਹੜੀ ਤੁਹਾਡੀ ਪ੍ਰੈਕਟਿਸ ਹੈਗੀ ਆ ਉਹ ਤੁਹਾਨੂੰ ਪਰਫੈਕਟ ਕਰਦੀ ਹੈਗੀ। ਬਿਲਕੁਲ ਸਹੀ ਗੱਲ ਹੈ। ਔਰ ਤੁਸੀਂ ਦੇਖਦੇ ਹੋ ਕਿ ਬਚਪਨ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਬੱਚਾ ਵੱਡਾ ਹੋ ਕੇ ਕਿਸ ਤਰ੍ਹਾਂ ਦੇ ਗੁਣਾਂ ਦਾ ਮਾਲਕ ਬਣ ਸਕਦਾ ਹੈ। ਤੇ ਹੁਣ ਅਸੀਂ ਆਉਂਦੇ ਹਾਂ ਯੂਥ ਫੈਸਟੀਵਲ ਦੇ ਉੱਤੇ, ਜੋ ਯੁਵਕ ਮੇਲੇ ਲੱਗਦੇ ਨੇ। ਸੋ ਮਨੋਰਥ ਕੀ ਹੈ ਇਹਨਾਂ ਮੇਲਿਆਂ ਦਾ? ਕਿਉਂ ਇਹ ਸਿਰਜੇ ਗਏ? ਕਿਉਂ ਇਹ ਸਿਸਟਮ ਬਣਾਇਆ ਗਿਆ? ਮੈਂ ਇੱਕ ਗੱਲ ਅਕਸਰ ਕਹਿੰਦਾ ਹੁੰਦਾ ਜੀ ਕਿ ਜਿਹੜੀ ਸਾਡੀ ਪੜ੍ਹਾਈ ਹੁੰਦੀ ਹੈ, ਐਜੂਕੇਸ਼ਨ, ਪਹਿਲੀ ਗੱਲ ਤਾਂ ਇਹਨਾਂ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈਗਾ ਸਹਿ ਗਤੀਵਿਧੀਆਂ। ਸਹਿ ਗਤੀਵਿਧੀਆਂ, ਠੀਕ ਹੈ, ਸਿਲੇਬਸ ਦੇ ਨਾਲ। ਹੁਣ ਅਸੀਂ ਸਿਲੇਬਸ ਪੜ੍ਹਦੇ ਹਾਂ,
ਸਿਲੇਬਸ ਦੇ ਨਾਲ ਅਸੀਂ ਕਿਤਾਬਾਂ ਪੜ੍ਹਦੇ ਹਾਂ, ਅਸੀਂ ਕਲਾਸਰੂਮ ਦੇ ਵਿੱਚ ਜਾਂਦੇ ਹਾਂ, ਤੁਸੀਂ ਅੰਕ ਲੈ ਲੈਂਦੇ ਹੋ 90% ਲੈ ਲਏ, 100% ਲੈ ਲਏ, ਜਿੰਨੇ ਵੀ ਤੁਸੀਂ ਲੈ ਸਕਦੇ ਹੋ। ਪਰ ਉਹਦੇ ਨਾਲ ਤੁਹਾਡਾ ਇੱਕ ਹੋਰ ਪੱਖ ਵੀ ਕਿਤੇ ਨਾ ਕਿਤੇ, ਕਿਉਂਕਿ ਇੱਕ ਬੰਦੇ ਦੇ ਅੰਦਰ ਬਹੁਤ ਸਾਰੀ ਕੁਆਲਿਟੀਜ਼ ਬੈਠੀ ਹੁੰਦੀ ਹੈ, ਬਹੁਤ ਸਾਰੀਆਂ ਜਿਹੜੀਆਂ ਉਹਦੇ ਅੰਦਰ ਚੰਗਿਆਈਆਂ ਜਿਹੜੀਆਂ ਹੈਗੀਆਂ ਉਹਦੇ ਅੰਦਰ ਪਈਆਂ ਹੁੰਦੀਆਂ। ਤਾਂ ਜਿਹੜੇ ਯੂਥ ਫੈਸਟੀਵਲ ਨੇ, ਤੁਸੀਂ ਜਦੋਂ ਨਾਲ ਇੱਕ ਪਹਿਲੀ ਵਾਰੀ, ਮੈਂ ਕਹਿੰਦਾ ਕਿ ਜਦੋਂ ਤੁਸੀਂ ਪਹਿਲੀ ਵਾਰੀ ਸਟੇਜ ਤੇ ਜਾਂਦੇ ਹੋ ਤੁਹਾਡੀਆਂ ਲੱਤਾਂ ਕੰਬਦੀਆਂ ਹੋ ਸਕਦੀਆਂ, ਤੁਹਾਡੀਆਂ ਲੱਤਾਂ ਕੰਬਦੀਆਂ ਹੋਣ। ਤੁਸੀਂ ਦੂਜੀ ਵਾਰੀ ਸਟੇਜ ਤੇ ਜਾਂਦੇ ਹੋ ਉਦੋਂ ਵੀ ਤੁਹਾਡੀਆਂ ਹੋ ਸਕਦੀਆਂ ਥੋੜ੍ਹੀਆਂ ਲੱਤਾਂ ਹੋਰ ਕੰਬਦੀਆਂ ਹੋਣ। ਪਰ ਜਦੋਂ ਤੁਸੀਂ ਵਾਰ-ਵਾਰ ਮੰਚ ਦੇ ਉੱਤੇ ਜਾਂਦੇ ਹੋ ਤਾਂ ਇੱਕ ਵਾਰੀ ਪ੍ਰੈਕਟਿਸ ਦੇ ਵਿੱਚ ਤੁਸੀਂ ਇੰਨੇ ਪੈ ਜਾਂਦੇ ਹੋ ਕਿ ਹੌਲੀ-ਹੌਲੀ ਆਪਦੀ ਕਲਾ ਦੇ ਨਾਲ ਲੋਕਾਂ ਨੂੰ ਤਾੜੀਆਂ ਦੇ ਨਾਲ ਗੁੰਜਾ ਦਿੰਦੇ ਹੋ ਤੁਸੀਂ। ਜੀ ਹਾਲ ਗੂੰਜ ਜਾਂਦੇ ਨੇ। ਤਾਂ ਇਹ ਜਿਹੜੀ ਭੂਮਿਕਾ ਹੈਗੀ ਆ ਯੂਥ ਫੈਸਟੀਵਲਸ ਦੀ, ਕਿ ਬੰਦੇ ਨੂੰ ਜਾਂ ਬੱਚੇ ਨੂੰ ਦੂਸਰੇ ਪਾਸੇ ਤੋਂ ਹਰ ਪੱਖ ਦੇ ਉੱਤੋਂ ਤਿਆਰ ਕਰਨਾ। ਉਹਦੇ 'ਚ ਜਦੋਂ ਤੁਸੀਂ ਮੰਚ ਤੇ ਜਾਓਗੇ, ਤੁਸੀਂ ਗੱਲ ਕਰੋਗੇ, ਤੁਹਾਡਾ ਆਤਮ ਵਿਸ਼ਵਾਸ ਜਿਹੜਾ ਕਿੰਨਾ ਉੱਚਾ ਹੋਏਗਾ, ਤੁਹਾਡੇ ਅੰਦਰ ਕ੍ਰੀਏਟੀਵਿਟੀ ਪੈਦਾ ਹੋਏਗੀ, ਤੁਹਾਡੇ ਅੰਦਰ ਸ਼ਬਦਾਂ ਨੂੰ ਸਿਰਜਣ ਦੀ ਸ਼ਕਤੀ ਹੋਏਗੀ, ਤੁਹਾਡੇ ਅੰਦਰ ਸ਼ਬਦਾਂ ਨੂੰ ਉਚਾਰਨ ਦੀ ਗੱਲ ਹੋਏਗੀ। ਸੋ ਇਹ ਚੀਜ਼ਾਂ ਅਸੀਂ ਸਿਲੇਬਸ ਦੇ ਵਿੱਚ ਉਸ ਪੱਖ ਤੋਂ ਨਹੀਂ ਸਕਦੇ ਕਿ ਪੜ੍ਹਾਈ ਦੇ ਵਿੱਚ ਤੁਸੀਂ ਨੰਬਰ ਤਾਂ ਲੈ ਲੈਂਦੇ ਹੋ, ਪਰ ਜਿਹੜੀ ਸ਼ਖਸੀਅਤ ਦੀ ਹੈਗੀ ਕਿ ਤੁਸੀਂ ਕੱਲ੍ਹ ਨੂੰ ਟੀਚਰ ਵੀ ਬਣਨਾ, ਤੁਸੀਂ ਕੱਲ੍ਹ ਨੂੰ ਨੇਤਾ ਵੀ ਬਣਨਾ, ਤੁਸੀਂ ਕੱਲ੍ਹ ਨੂੰ ਵਕੀਲ ਵੀ ਬਣਨਾ, ਤੁਸੀਂ 5 ਬੰਦਿਆਂ ਦੇ ਸਾਹਮਣੇ ਗੱਲ ਕਰਨੀ ਹੈ, ਤੁਸੀਂ 50 ਬੰਦਿਆਂ ਦੇ ਸਾਹਮਣੇ ਗੱਲ ਕਰਨੀ ਹੈ, ਤੁਸੀਂ 500 ਬੰਦੇ ਦੇ ਸਾਹਮਣੇ ਗੱਲ ਕਰਨੀ ਹੈ, ਤੁਸੀਂ 5 ਲੱਖ ਬੰਦੇ ਦੇ ਸਾਹਮਣੇ ਗੱਲ ਕਰਨੀ ਹੈ। ਤੇ ਜੇ ਤੁਹਾਡੀ ਇਹ ਟ੍ਰੇਨਿੰਗ ਹੋਈ ਹੋਏਗੀ, ਜਿਹੜਾ ਬੱਚਾ ਯੂਥ ਫੈਸਟੀਵਲਾਂ ਦੇ ਵਿੱਚੋਂ ਲੰਘ ਕੇ ਆਇਆ ਹੋਇਆ, ਮੈਨੂੰ ਲੱਗਦਾ ਕਿ ਉਹ ਇਸ ਟ੍ਰੇਨਿੰਗ ਦੇ ਵਿੱਚੋਂ ਲੰਘ ਕੇ ਆਇਆ ਹੁੰਦਾ ਤੇ ਫਿਰ ਉਹਦਾ ਇਹ ਪੱਖ ਜਿਹੜਾ ਹੁੰਦਾ ਉਹ ਵਧੇਰੇ ਵਜ਼ਨਦਾਰ ਬਣ ਜਾਂਦਾ। ਤੁਸੀਂ ਡਿਫਰੈਂਟ ਹੋ ਜਾਂਦੇ ਹੋ, ਤੁਸੀਂ ਦੂਸਰਿਆਂ ਤੋਂ ਵੱਖਰੇ ਹੋ ਜਾਂਦੇ ਹੋ ਕਿ ਤੁਹਾਡੀ ਕਲਾ ਜਿਹੜੀ ਹੈਗੀ ਆ। ਤੁਸੀਂ ਕਾਲਜ ਦੇ ਵਿੱਚ ਦੇਖਿਆ ਹੋਣਾ ਕਿ ਜਿਹੜੇ ਬੱਚੇ ਐਕਸਟਰਾ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ, ਠੀਕ ਹੈ, ਕਿ ਪੜ੍ਹਾਈ ਸਾਰਿਆਂ ਨੇ ਕਰਨੀ ਹੁੰਦੀ ਹੈ, ਪਰ ਜਿਹੜੇ ਉਹ ਬੱਚੇ ਹੁੰਦੇ ਨੇ ਉਹਨਾਂ ਦੀ ਪਹਿਚਾਣ ਵੱਖਰੀ ਹੁੰਦੀ ਹੈ। ਉਹ ਪਹਿਚਾਣ ਆ ਜਿਹੜੀ ਉਹ ਤੁਹਾਡੀ ਸ਼ਖਸੀਅਤ ਨੂੰ ਵੀ ਬਣਾਉਂਦੀ ਹੈ। ਜੇ ਤੁਹਾਡੀ ਸ਼ਖਸੀਅਤ ਬਣੇਗੀ ਫਿਰ ਹੀ ਤੁਹਾਡੀ ਪਹਿਚਾਣ ਬਣੇਗੀ। ਤਾਂ ਯੁਵਕ ਮੇਲੇ ਤੁਹਾਡੀ ਸ਼ਖਸੀਅਤ ਨੂੰ ਚਾਰੇ ਕੰਨੀਆਂ ਦੇ ਉੱਤੋਂ ਸਵਾਰਦੇ ਨੇ। ਮੈਂ ਸਿੱਧੇ ਸ਼ਬਦਾਂ ਦੇ ਵਿੱਚ ਇਹਦੀ ਇਹ ਗੱਲ ਕਹਿਣੀ ਚਾਹੁੰਦਾ। ਸ਼ਖਸੀਅਤ ਦਾ ਵਿਕਾਸ ਕਰਦੇ ਨੇ ਜੀ, ਔਰ ਉਹ ਵਿਕਸਿਤ ਸ਼ਖਸੀਅਤ ਤੁਹਾਡੇ ਕਿਸੇ ਵੀ ਖੇਤਰ 'ਚ ਕੰਮ ਆਉਂਦੀ ਹੈ। ਤੁਸੀਂ ਕਿਸੇ ਵੀ ਕੰਮ 'ਚ ਰੋਜ਼ਗਾਰ ਲੈਂਦੇ ਹੋ ਤਾਂ ਤੁਹਾਡੀ ਉਹ ਹੈਲਪ ਕਰਦੀ ਹੈ, ਸਹਾਇਤਾ ਕਰਦੀ ਹੈ। ਸੰਬੰਧ ਕਿੰਨਾ ਕੁ ਹੈ ਯੁਵਕ ਮੇਲਿਆਂ ਦਾ ਸਾਡੇ ਸੱਭਿਆਚਾਰ ਨਾਲ, ਸਾਡੀ ਜੀਵਨ ਸ਼ੈਲੀ ਦੇ ਨਾਲ? ਜਿਹੜੇ ਯੂਥ ਫੈਸਟੀਵਲ ਨੇ ਇਹਦੇ 'ਚ ਨਾ ਦੋ ਗੱਲਾਂ ਨੇ। ਜਦੋਂ ਅਸੀਂ ਯੂਥ ਫੈਸਟੀਵਲ ਦਾ ਕਲਚਰ ਦੇ ਨਾਲ ਜਾਂ ਸੱਭਿਆਚਾਰ ਦੇ ਨਾਲ ਜਾਂ ਸਮਾਜ ਦੇ ਨਾਲ ਸੰਬੰਧ ਦੀ ਗੱਲ ਕਰਦੇ ਹਾਂ ਜੀ, ਕਲਚਰ ਹਮੇਸ਼ਾ ਬਦਲਦਾ ਰਹਿੰਦਾ। ਕਲਚਰ ਨੇ, ਸੱਭਿਆਚਾਰ ਨੇ ਹਮੇਸ਼ਾ ਬਦਲਦੇ ਰਹਿਣਾ। ਬਹੁਤ ਸਾਰੀਆਂ ਚੀਜ਼ਾਂ ਉਹਦੇ 'ਚ ਨਵੀਆਂ ਐਡ ਹੁੰਦੀਆਂ ਨੇ। ਹਾਂਜੀ, ਯੂਥ ਫੈਸਟੀਵਲਾਂ ਦੇ ਵਿੱਚ ਕਿਉਂਕਿ ਇੱਕ ਆਈਟਮ ਨਹੀਂ ਹੁੰਦੀ, ਉਹਦੇ 'ਚ ਕਿੰਨੀਆਂ ਸਾਰੀਆਂ ਆਈਟਮਾਂ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੇਰੇ ਕੋਲੇ ਚਾਰਜ ਆ ਯੂਥ ਫੈਸਟੀਵਲਸ ਨੂੰ ਮੈਂ ਦੇਖਦਾ। ਤਾਂ ਇਸ ਵੇਲੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਯੂਥ ਫੈਸਟੀਵਲ ਜਿਹੜੇ ਖੇਤਰੀ ਮੇਲੇ ਨੇ ਉਹ ਕਰਵਾ ਕੇ ਹਟੇ ਹਾਂ। ਤਾਂ 55 ਆਈਟਮਾਂ ਦੇ ਅਸੀਂ ਜਿਹੜੇ ਮੁਕਾਬਲੇ ਨੇ ਕਰਵਾਉਂਦੇ ਹਾਂ। ਤਾਂ ਉਹਦੇ 'ਚ ਤੁਸੀਂ ਜਿਹੜਾ ਸੱਭਿਆਚਾਰ ਚੇਂਜ ਹੋ ਰਿਹਾ, ਇੱਕ ਪਾਸੇ ਤੁਸੀਂ ਗੁੱਡੀਆਂ ਪਟੋਲੇ ਵੀ ਬਣਾ ਰਹੇ ਹੋ, ਹਾਂਜੀ, ਇੱਕ ਪਾਸੇ ਬੱਚੇ ਪੀੜੀਆਂ ਵੀ ਬੁਣ ਰਹੇ ਨੇ, ਜੀ ਜੀ, ਇੱਕ ਪਾਸੇ ਉਹ ਭੰਗੜਾ ਵੀ ਪਾ ਰਹੇ ਨੇ, ਇੱਕ ਪਾਸੇ ਗਿੱਧਾ ਵੀ ਹੈਗਾ, ਇੱਕ ਪਾਸੇ ਥੀਏਟਰ ਵੀ ਹੈਗਾ, ਇੱਕ ਪਾਸੇ ਫਾਈਨ ਆਰਟਸ ਵੀ ਹੈਗਾ, ਇੱਕ ਪਾਸੇ ਵੈਸਟਰਨ ਦੀਆਂ ਆਈਟਮਾਂ ਵੀ ਹੈਗੀਆਂ ਨੇ ਸਾਡੇ ਕੋਲੇ, ਇੱਕ ਪਾਸੇ ਗੀਤ ਗਜ਼ਲ ਵੀ ਹੈ। ਸੋ ਪਰੰਪਰਾ ਤੋਂ ਲੈ ਕੇ ਆਧੁਨਿਕਤਾ ਤੱਕ ਦਾ ਜਿਹੜਾ ਸਫ਼ਰ ਹੈਗਾ ਉਹ ਹੁਣ ਜਦੋਂ ਕਲਚਰ ਦੇ ਪੱਖ ਤੋਂ ਅਸੀਂ ਦੇਖਾਂਗੇ ਤਾਂ ਉਹਦੇ 'ਚ ਕਲਚਰ ਆਲਰੇਡੀ ਅਸੀਂ ਉਸ ਕਲਚਰ ਦੇ ਨਾਲ ਵੀ ਜੁੜ ਰਹੇ ਹਾਂ ਤੇ ਕਲਚਰ ਦੀਆਂ ਚੇਂਜਿਸ ਦੇ ਨਾਲ ਵੀ ਅਸੀਂ ਜੁੜਦੇ ਹੈਗੇ। ਇਸ ਕਰਕੇ ਜਿਹੜੇ ਯੂਥ ਫੈਸਟੀਵਲ ਨੇ, ਹੁਣ ਜੇ ਕੋਈ ਬੱਚਾ, ਕਈ ਵਾਰੀ ਕੁਛ ਸਵਾਲ ਕਰਦੇ ਨੇ ਕਿ ਅਸੀਂ ਸਾਡੇ ਕੰਪੀਟੀਸ਼ਨਾਂ ਦੇ ਵਿੱਚ ਤੁਸੀਂ ਜੀ ਪੀੜੀ ਬੁਣਨਾ, ਦਰੀ ਬੁਣਨਾ ਇਹ ਕਿਉਂ ਰੱਖਿਆ ਹੋਇਆ? ਤਾਂ ਉੱਥੇ ਉਹਨੂੰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਬੱਚੇ ਨੂੰ ਇਸ ਕਰਕੇ ਤਿਆਰ ਕਰ ਰਹੇ ਹਾਂ ਕਿ ਤੁਸੀਂ ਜੀ ਦਰੀਆਂ ਬਣਾਇਆ ਕਰੋ, ਤੁਸੀਂ ਅਸੀਂ ਉਸ ਪਰੰਪਰਾ ਦੇ ਨਾਲ ਉਸ ਨੂੰ ਜੋੜ ਰਹੇ ਹਾਂ। ਜੇ ਬੱਚਾ ਕਲੀ ਗਾ ਰਿਹਾ, ਵਾਰ ਗਾ ਰਿਹਾ, ਕਵਿਸ਼ਰੀ ਗਾ ਰਿਹਾ, ਤਾਂ ਅਸੀਂ ਉਸ ਪਰੰਪਰਾ ਦੇ ਨਾਲ ਵੀ ਉਸ ਨੂੰ ਜੋੜ ਰਹੇ ਹਾਂ, ਜੀ ਜੀ, ਉਸ ਕਲਚਰ ਦੇ ਨਾਲ ਵੀ ਉਸ ਨੂੰ ਜੋੜ ਰਹੇ ਹਾਂ। ਪਰ ਦੂਜੇ ਪਾਸੇ ਉਹੀ ਬੱਚਾ ਜਾ ਕੇ ਵੈਸਟਰਨ ਆਈਟਮ ਵੀ ਕਰਦਾ, ਉਹੀ ਬੱਚਾ ਜਾ ਕੇ ਥੀਏਟਰ ਦੇ ਵਿੱਚ ਵੀ ਜਾਂਦਾ, ਉਹੀ ਬੱਚਾ ਜਾ ਕੇ ਮਾਈਮ ਵੀ ਕਰ ਰਿਹਾ, ਉਹੀ ਬੱਚਾ ਜਾ ਕੇ ਨਾਟਕ ਵੀ ਕਰ ਰਿਹਾ। ਤਾਂ ਇੱਕ ਪੂਰਾ ਉਸ ਨੂੰ ਅਸੀਂ
ਸਾਡੀ ਪਰੰਪਰਾ ਦੇ ਨਾਲ ਉਸ ਨੂੰ ਜੋੜ ਕੇ ਭਵਿੱਖ ਲਈ ਤਿਆਰ ਕਰ ਰਹੇ ਸਰਕਲ ਬਣਦਾ ਹੈ ਪੂਰਾ। ਤਾਂ ਪੂਰਾ ਸਰਕਲ ਬਣ ਜਾਂਦਾ ਜਿਹੜਾ ਯੂਥ ਫੈਸਟੀਵਲ ਦੀ। ਇਹ ਬਹੁਤ ਮੈਨੂੰ ਜਿਹੜੀ ਆ ਖੂਬਸੂਰਤ ਜਿਹੜੀ ਚੀਜ਼ ਲੱਗਦੀ ਹੈ ਉਹਦੇ ਵਿੱਚ ਐਲੀਮੈਂਟ। ਬਿਲਕੁਲ ਸਹੀ ਗੱਲ ਕਹਿੰਦੇ ਹੋ ਕਿ ਕਈ ਨਾ ਅਸੀਂ ਜਾਈਏ ਜਿੱਥੇ ਈਟਿੰਗ ਸੈਂਟਰਸ ਬਣੇ ਹੋਏ ਆ, ਹੋਟਲਸ ਬਣੇ ਹੋਏ ਨੇ ਜਿਹੜੇ ਸੱਭਿਆਚਾਰ ਨੂੰ ਪ੍ਰਭਾਵਿਤ ਵੀ ਕਰਦੇ ਨੇ, ਰਿਪਰੈਜ਼ੈਂਟ ਵੀ ਕਰਦੇ ਨੇ। ਉੱਥੇ ਕਈ ਵਾਰ ਦੇਖੋ ਤੇ ਕੋਈ ਬੰਦਾ ਬਿਠਾਇਆ ਹੋਇਆ ਜਿਹੜਾ ਮਿੱਟੀ ਦੇ ਭਾਂਡੇ ਬਣਾਉਂਦਾ ਪਿਆ ਜੀ, ਤੇ ਮੈਂ ਆਪ ਕਦੀ ਜਾਂਦਾ ਹਾਂ ਉਸ ਹੋਟਲ 'ਚ ਜਾਂ ਈਟਿੰਗ ਪੁਆਇੰਟ ਤੇ ਮੈਂ ਉਹਦੇ ਨਾਲ ਬਹਿ ਕੇ ਮਿੱਟੀ ਦੇ ਭਾਂਡੇ ਬਣਾਉਣਾ ਪਸੰਦ ਕਰਦਾ, ਮੈਨੂੰ ਚੰਗਾ ਲੱਗਦਾ ਹੈ। ਭਾਵੇਂ ਟੁੱਟੇ ਭੱਜੇ ਬਣਾਉਣਾ ਪਰ ਜ਼ਰੂਰ ਮੈਂ ਟਰਾਈ ਕਰਦਾ। ਸੋ ਇੱਕ ਅੱਛੀ ਮੂਵ ਹੈ, ਇੱਕ ਅੱਛੀ ਚੀਜ਼ ਹੈ। ਸੋ ਉਹਨਾਂ ਮਾਪਿਆਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਜੋ ਅਕਸਰ ਬੱਚਿਆਂ ਨੂੰ ਕਹਿੰਦੇ ਨੇ ਉਹ ਤੂੰ ਕੀ ਲੈਣਾ ਯੁਵਕ ਮੇਲਿਆਂ ਦੇ ਵਿੱਚ ਜਾ ਕੇ, ਯੂਥ ਫੈਸਟੀਵਲ ਦੇ ਵਿੱਚ ਹਿੱਸਾ ਲੈ ਕੇ ਆਪਣੀ ਪੜ੍ਹਾਈ ਲਿਖਾਈ ਕਰ, ਵਿਹਲੇ ਕੰਮ ਕਿਸੇ ਕੰਮ ਨਹੀਂ ਆਉਣੇ ਤੇਰੇ। ਹਾਂ, ਇਹ ਹੁਣ ਥੋੜਾ ਮੈਨੂੰ ਲੱਗਦਾ ਕਿ ਚੇਂਜ ਹੋਇਆ ਹੋਇਆ ਹੈ। ਇਹ ਥੋੜੀ ਸੋਚ ਬਦਲੀ ਹੈ। ਪਹਿਲਾਂ ਜ਼ਿਆਦਾਤਰ ਇਹ ਸੋਚਿਆ ਜਾਂਦਾ ਸੀਗਾ ਕਿ ਜਿਹੜਾ ਬੱਚਾ ਇਸ ਤਰ੍ਹਾਂ ਦੀ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਦਾ ਹੈਗਾ ਤਾਂ ਉਹਨੂੰ ਨੁਕਸਾਨ ਹੋਏਗਾ, ਕਿ ਨਹੀਂ ਤੁਹਾਨੂੰ ਪੜ੍ਹਨਾ ਹੀ ਚਾਹੀਦਾ। ਅਸੀਂ ਟੋਟਲੀ ਨੌਕਰੀ ਓਰੀਐਂਟਡ ਹੀ ਪੜ੍ਹਦੇ ਸੀਗੇ। ਪਰ ਹੁਣ ਜਿਹੜੇ ਮਾਤਾ ਹੈਗੇ ਨੇ, ਪਿਤਾ ਹੈਗੇ ਨੇ, ਮਾਂ-ਬਾਪ ਹੈਗੇ ਨੇ, ਉਹ ਇਸ ਚੀਜ਼ ਨੂੰ ਸਮਝਣ ਲੱਗੇ ਨੇ ਕਿ ਜਿਹੜੀ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਆ ਕਿ ਤੁਹਾਨੂੰ ਫਰਕ ਦਿਸੇਗਾ। ਹਾਂਜੀ, ਇੱਕ ਸਿਲੇਬਸ ਪੜ੍ਹਨ ਵਾਲੇ ਬੱਚੇ 'ਚ ਤੇ ਇੱਕ ਵੱਧ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਨ ਵਾਲੇ ਬੱਚੇ 'ਚ 100% ਆ ਜਿਹੜਾ ਫਰਕ ਤੁਹਾਨੂੰ ਦਿਸੇਗਾ। ਉਹਦੀ ਗੱਲਬਾਤ 'ਚੋਂ, ਉਹਦੇ ਖੜਨ 'ਚੋਂ, ਉਹਦੇ ਬੈਠਣ 'ਚੋਂ, ਉਹਦੀ ਸ਼ਖਸੀਅਤ 'ਚੋਂ, ਉਹਦੀ ਗੱਲਬਾਤ 'ਚੋਂ। ਬਿਲਕੁਲ ਸਹੀ ਗੱਲ ਹੈ। ਇਸ ਕਰਕੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਸਿਰਫ ਜੇ ਯੂਥ ਫੈਸਟੀਵਲ ਦੇ ਵਿੱਚ ਜਾਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਭਾਗ ਲੈ ਰਹੇ ਹੋ ਤਾਂ ਤੁਸੀਂ ਪੜ੍ਹਾਈ ਤੋਂ ਦੂਰ ਹੋ ਰਹੇ ਹੋ ਜੀ। ਜਿਹੜਾ ਵਿਦਿਆਰਥੀ ਜੀਵਨ ਹੈ ਇਹਨੂੰ ਜਿੰਨਾ ਮਰਜ਼ੀ ਤੁਸੀਂ ਫੈਲਾ ਲਓ, ਜਿੰਨਾ ਮਰਜ਼ੀ ਤੁਸੀਂ ਸਿੱਖ ਸਕਦੇ ਹੋ ਤੁਸੀਂ। ਸੋ ਜਿੰਨਾ ਵੱਧ ਸਿੱਖਣਗੇ ਉਨੀ ਜ਼ਿਆਦਾ ਸਮਰੱਥਾ ਸਾਡੇ ਵਿੱਚ ਆਏਗੀ, ਉਨੀ ਜ਼ਿਆਦਾ ਅਸੀਂ ਅੱਛੀ ਸਾਡੀ ਸ਼ਖਸੀਅਤ ਆ ਜਿਹੜੀ ਉਹ ਬਣੇਗੀ। ਇਸ ਕਰਕੇ ਮੈਂ ਤਾਂ ਜਿਹੜੇ ਹੈਗੇ ਨੇ, ਜਿੰਨੇ ਵੀ ਪੇਰੈਂਟਸ ਨੇ, ਜਿੰਨੇ ਵੀ ਮਾਂ-ਬਾਪ ਨੇ, ਉਹਨਾਂ ਨੂੰ ਮੈਂ ਰਾਏ ਵੀ ਦੇਣੀ ਚਾਹਾਂਗਾ। ਵੈਸੇ ਤਾਂ ਹੁਣ ਮੈਂ ਤੁਹਾਨੂੰ ਦੱਸ ਹੀ ਰਿਹਾ ਕਿ ਬਹੁਤ ਸੋਚ ਜਿਹੜੀ ਉਹ ਬਦਲ ਚੁੱਕੀ ਹੈ ਕਿ ਹੁਣ ਫੈਸਟੀਵਲਸ ਹੁੰਦੇ ਨੇ ਜਾਂ ਸਾਡੇ ਸਕੂਲਾਂ ਦੇ ਵਿੱਚ ਜਿਹੜੇ ਐਨੂਅਲ ਫੰਕਸ਼ਨ ਹੁੰਦੇ ਨੇ ਉੱਥੇ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਸਾਡੇ ਬੱਚਿਆਂ ਨੂੰ ਜ਼ਰੂਰ ਤੁਸੀਂ ਸਟੇਜ ਦੇ ਉੱਤੇ ਚੜ੍ਹਾਉਣਾ। ਬਿਲਕੁਲ, ਜਿਹੜੀ ਸਟੇਜ ਹੈਗੀ ਆ ਉਹ ਤੁਹਾਨੂੰ ਖੜਨਾ ਸਿਖਾਉਂਦੀ ਹੈ। ਤਾਂ ਉਹ ਅੰਕ ਤੁਹਾਨੂੰ ਖੜਨਾ ਸਿਖਾ ਸਕਦੇ ਨੇ, ਪਰ ਸਟੇਜ ਹੈ ਜਿਹੜੀ ਉਹ ਪ੍ਰੋਪਰ ਤੁਹਾਨੂੰ ਦੱਸਦੀ ਹੈ ਕਿ ਜੇ ਖੜਨਾ ਤਾਂ ਕਿਵੇਂ ਖੜਨਾ, ਜੇ ਬੈਠਣਾ ਕਿਵੇਂ ਬੈਠਣਾ, ਹਾਂਜੀ, ਤੁਰਨਾ ਹੈ ਤਾਂ ਕਿਵੇਂ ਤੁਰਨਾ। ਕਿਉਂਕਿ ਸਟੇਜ ਦੇ ਉੱਤੇ ਵਾਕ ਕਰਨਾ, ਮੂਵਮੈਂਟਸ ਲੈਣਾ, ਉਹ ਆਪਣੇ ਆਪ ਵਿੱਚ ਇੱਕ ਖਾਸ ਕਲਾ ਹੈ, ਹਰ ਚੀਜ਼। ਸੋ ਇਹ ਸਾਰੇ ਰੰਗਮੰਚ ਦੇ ਜਿਹੜੇ ਰੰਗ ਨੇ ਉਹਨਾਂ ਨੂੰ ਅਸੀਂ ਖੇਡਣਾ ਸਿੱਖਦੇ ਹਾਂ ਤੇ ਜੀਵਨ ਦੇ ਰੰਗ ਮੰਚ ਦੇ ਉੱਤੇ ਅਸੀਂ ਆ ਕੇ ਆਪਣਾ ਰੋਲ ਇੰਨੀ ਸ਼ਿੱਦਤ ਨਾਲ ਨਿਭਾਉਣਾ ਚਾਹੁੰਦੇ ਹਾਂ ਕਿ ਜਦੋਂ ਅਸੀਂ ਸੰਸਾਰ ਤੋਂ ਚਲੇ ਵੀ ਜਾਈਏ, ਪਰਦਾ ਡਿੱਗ ਵੀ ਪਵੇ ਤਾਂ ਵੀ ਤਾੜੀਆਂ ਵੱਜਦੀਆਂ ਰਹਿਣ। ਸੋ ਉਸ ਦੇ ਲਈ ਸਮਾਜ ਨੂੰ ਕੁਝ ਨਾ ਕੁਝ ਦੇਣਾ ਜ਼ਰੂਰੀ ਹੈ, ਤਾਂ ਹੀ ਸਮਾਜ ਕਦਰ ਕਰੇਗਾ ਨਾ, ਤਾਂ ਹੀ ਜਾਣੇਗਾ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਹੋ, ਇੱਕ ਬਿਹਤਰ ਇਨਸਾਨ ਹੋ। ਤਾਂ ਸਮਾਜ ਨੂੰ ਕੀ ਦਿੰਦਾ ਹੈ ਨਾਟਕ, ਸਮਾਜ ਨੂੰ ਕੀ ਦਿੰਦਾ ਹੈ ਥੀਏਟਰ, ਯੁਵਕ ਮੇਲੇ ਕੀ ਦਿੰਦੇ ਨੇ ਸਮਾਜ ਨੂੰ? ਬੜੀ ਖੂਬਸੂਰਤ ਗੱਲ ਸੰਜੀਵ ਜੀ ਹੈ ਕਿ ਜਿਹੜੀ ਅਸਲ ਕਲਾ ਹੈਗੀ, ਜਿਹੜੀ ਸਹੀ ਅਰਥਾਂ ਦੇ ਵਿੱਚ ਕਲਾ ਹੈ ਜੀ, ਉਹਦੇ 'ਚ ਨੌਲੇਜ ਪਈ ਹੁੰਦੀ ਹੈ ਕਿਤੇ ਨਾ ਕਿਤੇ, ਠੀਕ ਹੈ, ਉਹਦੇ 'ਚ ਜਾਣਕਾਰੀ ਹੈ, ਉਹਦੇ 'ਚ ਚੇਤਨਾ ਪਈ ਹੁੰਦੀ ਹੈ ਕਿਤੇ ਨਾ ਕਿਤੇ, ਉਹਦੇ 'ਚ ਜਾਗਰੂਕਤਾ ਪਈ ਹੁੰਦੀ ਹੈ ਕਿਤੇ ਨਾ ਕਿਤੇ। ਸਮਾਜ ਨੂੰ ਹੁਣ ਜਿਵੇਂ ਜੇ ਮੈਂ ਪੰਜਾਬੀ ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਦੀ ਗੱਲ ਕਰਾਂ ਜੀ, ਤਾਂ ਇਸ ਵੇਲੇ ਕੋਵਿਡ ਦਾ ਦੌਰ ਚੱਲ ਰਿਹਾ। ਹਾਂਜੀ, ਅਸੀਂ ਪਿੱਛੇ ਜੇ ਫੈਸਟੀਵਲ ਕਰਵਾ ਚੁੱਕੇ ਹਾਂ। ਫੀਲਡਸ ਦੇ ਵਿੱਚ ਜਾ ਕੇ ਕਾਲਜਾਂ ਦੇ ਵਿੱਚ ਸਾਡੇ 280 ਕਾਲਜ ਨੇ ਯੂਨੀਵਰਸਿਟੀ ਦੇ, ਉਹਨਾਂ ਦੇ ਫੈਸਟੀਵਲ ਅਸੀਂ 6 ਜ਼ੋਨਾਂ ਦੇ ਕਰਵਾ ਚੁੱਕੇ ਹਾਂ। ਤਾਂ ਇਸ ਲਈ ਮੈਂ ਸਾਡੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਹੋਰਾਂ ਦਾ ਵੀ ਧੰਨਵਾਦ ਕਰਦਾ ਕਿ ਅਸੀਂ ਕੋਵਿਡ ਦੇ ਦੌਰ 'ਚ ਵੀ ਕਲਚਰ ਦੀ ਲਹਿਰ ਦੇ ਨਾਲ ਜੁੜੇ ਹਾਂ। ਬਹੁਤ ਖੂਬ। ਤਾਂ ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਯੂਥ ਫੈਸਟੀਵਲਸ ਨੂੰ ਦੇਖਦੇ ਹਾਂ ਤਾਂ ਗੁਰਦਾਸ ਮਾਨ ਸਾਡਾ ਸਟੂਡੈਂਟ ਰਿਹਾ ਜੀ, ਸੁਰਜੀਤ ਬਿੰਦਰਖੀਆ ਸਾਡਾ ਵਿਦਿਆਰਥੀ ਰਿਹਾ, ਪੰਮੀ ਬਾਈ ਸਾਡਾ ਵਿਦਿਆਰਥੀ ਰਿਹਾ, ਮੇਰੇ ਗੁਰੂ ਜੀ ਡਾਕਟਰ ਸਤੀਸ਼ ਕੁਮਾਰ ਵਰਮਾ ਜੀ ਸਾਡੇ ਵਿਦਿਆਰਥੀ ਰਹੇ ਨੇ, ਸੁਨੀਤਾ ਧੀਰ ਸਾਡੇ ਵਿਦਿਆਰਥੀ ਨੇ। ਇਸ ਵੇਲੇ ਬਹੁਤ ਸਾਰੇ ਫੀਲਡ ਦੇ ਵਿੱਚ ਬੀਨੂ ਢਿੱਲੋਂ, ਕਰਮਜੀਤ ਅਨਮੋਲ, ਕੁਲਵਿੰਦਰ ਬਿੱਲਾ, ਹੋਰ ਬਹੁਤ ਸਾਰੇ ਸਾਡੇ ਕਲਾਕਾਰ ਨੇ ਜਿਹੜੇ ਸਾਡੇ ਵਿਦਿਆਰਥੀ ਰਹੇ ਨੇ ਜੀ। ਔਰ ਇਸ ਵੇਲੇ ਉਹ ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਵੀ ਨੇ, ਕੋਈ ਫਿਲਮਾਂ ਦੇ ਵਿੱਚ ਆ, ਕੋਈ ਮਿਊਜ਼ਿਕ ਦੇ ਵਿੱਚ ਆ, ਕੋਈ ਕਿਸੇ ਹੋਰ ਐਕਟੀਵਿਟੀ ਦੇ ਵਿੱਚ ਆ, ਫਾਈਨ ਆਰਟਸ ਦੇ ਵਿੱਚ ਹੈ। ਤਾਂ ਹੁਣ ਉਹ ਆਪਦੀ ਕਲਾ ਦੇ ਨਾਲ ਜਿਹੜੀ ਚੇਤਨਾ ਦੇ ਰਹੇ ਨੇ ਲੋਕਾਂ ਨੂੰ ਕਿ ਜੇ ਕੋਈ ਗੱਲ ਹੁੰਦੀ ਹੈ, ਕੋਈ ਸਮਾਜਿਕ ਮੁੱਦਾ ਹੁੰਦਾ, ਉਹਦੇ ਉੱਤੇ ਆਵਾਜ਼ ਵੀ ਉਠਾਉਂਦੇ ਨੇ, ਜਾਂ ਲੋਕਾਂ ਨੂੰ ਨਵੇਂ ਫੀਲਡ ਦਿੱਤੇ ਜਾ ਰਹੇ ਨੇ ਈਵਨ ਫਿਲਮਾਂ ਦੇ ਵਿੱਚ। ਤਾਂ ਸਾਡੇ ਜਿਹੜੇ ਸਮਾਜ ਜਿਹੜਾ ਹੈਗਾ ਕਿ ਉਸ ਨੂੰ ਤੁਸੀਂ ਜਦੋਂ ਉਹ ਜਿਹੜਾ ਗਿਆਨ ਤੁਸੀਂ
ਕਿਤਾਬਾਂ 'ਚੋਂ ਲਿਆ, ਜਿਹੜਾ ਗਿਆਨ ਤੁਸੀਂ ਫੈਸਟੀਵਲਸ ਤੋਂ ਲਿਆ, ਜਿਹੜਾ ਗਿਆਨ ਤੁਸੀਂ ਅੱਗੇ ਜਦੋਂ ਤੁਸੀਂ ਉਸ ਨੂੰ ਵੰਡਦੇ ਹੋ ਤਾਂ ਉਹਨਾਂ ਨੂੰ ਦੇਖ ਦੇਖ ਕੇ ਹੋਰ ਲੋਕ ਵੀ ਉਹਨਾਂ ਦੀ ਰੀਸ ਦੇ ਵਿੱਚ ਅੱਗੇ ਨੂੰ ਜਾਂਦੇ ਨੇ। ਹੋਰ ਵਿਦਿਆਰਥੀਆਂ ਦੇ ਅੰਦਰ ਵੀ ਚੇਤਨਾ ਪੈਦਾ ਹੁੰਦੀ ਹੈ ਕਿ ਸਾਨੂੰ ਵੀ ਇਹ ਕੰਮ ਕਰਨਾ ਚਾਹੀਦਾ, ਅਸੀਂ ਵੀ ਕੱਲ੍ਹ ਨੂੰ ਇਹ ਬਣ ਸਕਦੇ ਹਾਂ। ਤਾਂ ਅਸੀਂ ਜਿੰਨੇ ਸਾਡੇ ਪੁਰਸਕਾਰ ਨੇ, ਜਿੰਨੇ ਸਾਡੇ ਅਵਾਰਡ ਨੇ, ਉਹ ਭਾਵੇਂ ਨੈਸ਼ਨਲ ਪੱਧਰ ਦੇ ਹੋਣ, ਇੰਟਰਨੈਸ਼ਨਲ ਪੱਧਰ ਦੇ ਹੋਣ, ਉਹ ਇਸੇ ਕਰਕੇ ਹੀ ਦਿੱਤੇ ਜਾਂਦੇ ਨੇ ਕਿ ਅੱਗੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਜਾਗ ਲੱਗੇ। ਤਾਂ ਯੂਥ ਫੈਸਟੀਵਲ ਕਲਚਰ ਦੀ ਜਾਗ ਹੈ ਜਿਹੜੀ ਉਹ ਲੋਕਾਂ ਦੇ ਵਿੱਚ ਲਾਉਂਦੇ ਨੇ, ਸਮਾਜ ਨੂੰ ਇਸ ਪੱਖੋਂ ਚੇਤਨ ਕਰਦੇ ਨੇ। ਨੌਲੇਜ ਦੀ ਗੱਲ ਆਪਾਂ ਕਰ ਰਹੇ ਹਾਂ ਤੇ ਸਾਨੂੰ ਸਾਡੇ ਇਸ ਸਮਾਜ ਦਾ, ਸਾਨੂੰ ਸਾਡੀ ਇਸ ਕਲਾ ਦਾ ਪਿਛੋਕੜ ਵੀ ਪਤਾ ਹੋਣਾ ਚਾਹੀਦਾ ਕਿ ਸਾਡੀ ਭਾਰਤ ਦੀ ਪਰੰਪਰਾ, ਸਾਡੇ ਭਾਰਤ ਦਾ ਕਲਚਰ ਕਿੰਨਾ ਅਮੀਰ ਰਿਹਾ ਹੈ ਸ਼ੁਰੂ ਤੋਂ ਹੀ। ਅਸੀਂ ਗੱਲ ਕਰਾਂਗੇ ਮਹਾਰਿਸ਼ੀ ਭਰਤ ਮੁਨੀ ਦੀ, ਜਿਨ੍ਹਾਂ ਨੇ ਨਾਟਯ ਵੇਦ, ਨਾਟਯ ਸ਼ਾਸਤਰ ਦੀ ਰਚਨਾ ਕੀਤੀ। ਜਦੋਂ ਅਸੀਂ ਨੌਲੇਜ ਦੀ ਗੱਲ ਕਰਦੇ ਹਾਂ ਤੇ ਇੱਕ ਵਿਰਧ ਭਰਤ ਵੀ ਨੇ ਜੋ ਭਰਤ ਤੋਂ ਪਹਿਲਾਂ ਨੇ, ਉਹਨਾਂ ਨੇ ਵੀ ਇਹ ਨਾਟਕ ਦੀ ਰਚਨਾ ਕੀਤੀ, ਨਾਟਯ ਸ਼ਾਸਤਰ ਦੀ ਰਚਨਾ ਕੀਤੀ, ਕਿਉਂਕਿ ਇਹ ਲੰਬੀ ਪਰੰਪਰਾ ਹੈ। ਵੱਖੋ ਵੱਖ ਗ੍ਰੰਥ ਲਿਖੇ ਗਏ ਨੇ ਨਾਟਕਾਂ ਦੇ ਉੱਤੇ, ਜਿਨ੍ਹਾਂ ਵਿੱਚੋਂ ਅੱਜ ਬਹੁਤ ਘੱਟ ਮਿਲਦੇ ਨੇ, ਪਰ ਮਿਲਦੇ ਜ਼ਰੂਰ ਨੇ, ਜਿੱਥੋਂ ਸਾਨੂੰ ਪਤਾ ਲੱਗਦਾ ਕਿ ਸਾਡੀ ਭਾਰਤ ਦੀ ਨਾਟਕਾਂ ਦੀ ਪਰੰਪਰਾ ਕਿੰਨੀ ਅਮੀਰ ਰਹੀ ਹੈ। ਸੋ ਉਹ ਜੋ ਪੁਰਾਤਨ ਗ੍ਰੰਥ ਨੇ, ਉਹਨਾਂ ਦੇ ਵਿੱਚ ਜੋ ਕਹਾਣੀਆਂ ਨੇ, ਉਹਨਾਂ ਦੇ ਵਿੱਚ ਜੋ ਵਿਧਾ ਹੈ, ਜੋ ਸ਼ੈਲੀ ਹੈ, ਜੋ ਲੋਕ ਭਾਸ਼ਾ ਹੈ, ਲੋਕ ਸੰਗੀਤ ਹੈ, ਜੋ ਲੋਕਾਂ ਦਾ ਜੀਵਨ ਹੈ ਉਸ ਵੇਲੇ ਦਾ, ਉਸ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਉੱਥੋਂ ਨਿਕਲੇ ਹਾਂ ਤੇ ਇੱਥੋਂ ਤੱਕ ਦੀ ਯਾਤਰਾ ਕੀਤੀ ਹੈ। ਜਿਵੇਂ ਅਸੀਂ ਵੇਦਾਂ ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਦੀ ਯਾਤਰਾ ਕਰਦੇ ਪਏ ਹਾਂ, ਸ਼ਬਦਾਂ ਦੀ ਯਾਤਰਾ ਹੈ, ਬਾਣੀ ਦੀ ਯਾਤਰਾ ਹੈ, ਇਹੀ ਸਾਰਾ ਗਿਆਨ ਸਾਡਾ ਵਿਰਸਾ ਹੈ। ਉਸ ਨਾਲ ਕਿਵੇਂ ਜੋੜਦੇ ਹੋ ਤਾਂ ਕਿ ਸਾਨੂੰ ਸਾਡਾ ਪਿਛੋਕੜ ਪਤਾ ਹੋਵੇ, ਤਾਂ ਹੀ ਅਸੀਂ ਆਧੁਨਿਕ ਸਮੇਂ ਦਾ ਸਹੀ ਇਸਤੇਮਾਲ ਕਰ ਸਕਦੇ ਹਾਂ। ਉਹਦੇ 'ਚ ਅਸੀਂ ਇਹ ਹੈਗਾ ਕਿ ਬਹੁਤ ਸਾਰੀਆਂ ਵਰਕਸ਼ਾਪਸ ਆਰਗੇਨਾਈਜ਼ ਕਰਦੇ ਹਾਂ ਕਿ ਇਕੱਲਾ ਅਸੀਂ ਫੀਲਡ ਦੇ ਵਿੱਚ ਹੀ ਫੈਸਟੀਵਲ ਨਹੀਂ ਕਰਦੇ, ਅਸੀਂ ਵਰਕਸ਼ਾਪਾਂ ਵੀ ਲਗਾਉਂਦੇ ਹਾਂ। ਔਰ ਵਰਕਸ਼ਾਪਾਂ ਦੇ ਵਿੱਚ ਥਿਓਰੈਟੀਕਲ ਗਿਆਨ ਵੀ ਜਿਹੜਾ ਬੱਚਿਆਂ ਨੂੰ ਦਿੱਤਾ ਜਾਂਦਾ। ਉਹਦੇ 'ਚ ਜਿਹੜੇ ਇੰਚਾਰਜ ਹੈਗੇ ਨੇ, ਜਿਹੜੇ ਟੀਚਰ ਹੈਗੇ ਨੇ, ਉਹ ਜਿਹੜੇ ਆ ਉਹਨਾਂ ਨੂੰ ਬੁਲਾਇਆ ਜਾਂਦਾ ਕਿ ਤੁਸੀਂ ਆਈਟਮ ਦੀ ਤਿਆਰੀ ਕਿਵੇਂ ਕਰਾਉਣੀ ਆ ਤੇ ਇਸ ਆਈਟਮ ਦਾ ਕਲਚਰ ਕੀ ਹੈਗਾ, ਇਹਦੇ ਬਾਰੇ ਉਹਦਾ ਪਿਛੋਕੜ ਕੀ ਹੈਗਾ। ਅਸੀਂ ਥੀਏਟਰ ਦੀਆਂ ਵਰਕਸ਼ਾਪਾਂ, ਅਸੀਂ ਡਾਂਸਸ ਦੀਆਂ ਵਰਕਸ਼ਾਪਾਂ, ਅਸੀਂ ਫਾਈਨ ਆਰਟਸ ਦੀਆਂ, ਅਸੀਂ ਲਿਟਰੇਚਰ ਦੀਆਂ, ਇਹ ਸਾਰੀਆਂ ਅਸੀਂ ਵਰਕਸ਼ਾਪਾਂ ਲਾ ਕੇ ਉਹ ਬੱਚਿਆਂ ਨੂੰ ਉੱਥੇ ਇਕੱਠੇ ਕਰਕੇ ਜੂਨ ਦੇ ਵਿੱਚ ਛੁੱਟੀਆਂ ਦਾ ਵਿੱਚ ਲਾਹਾ ਲੈਂਦੇ ਹਾਂ। ਔਰ ਉੱਥੇ ਉਹਨਾਂ ਨੂੰ ਥਿਓਰੈਟੀਕਲ ਪੱਖ ਤੋਂ ਉਹ ਸਾਰੀ ਪਰੰਪਰਾ ਦੇ ਨਾਲ ਜੋੜਿਆ ਜਾਂਦਾ। ਉਹਨਾਂ ਨੂੰ ਜਿਹੜੇ ਰਿਸਰਚ ਪੇਪਰ ਵੀ ਦਿੱਤੇ ਜਾਂਦੇ ਨੇ, ਆਰਟੀਕਲਸ ਵੀ ਦਿੱਤੇ ਜਾਂਦੇ ਨੇ, ਔਰ ਸਾਡੇ ਡਿਪਾਰਟਮੈਂਟ ਵੱਲੋਂ ਕਿਤਾਬਾਂ ਵੀ ਛਪ ਰਹੀਆਂ ਨੇ। ਔਰ ਇਹ ਜਿਹੜਾ ਹੈਗਾ ਕਿ ਤੁਸੀਂ ਇਕੱਲਾ ਉਹਦੇ ਪ੍ਰੈਕਟੀਕਲ ਗਿਆਨ ਦੇ ਨਾਲ ਹੀ ਨਾ ਜੁੜੋ, ਉਹਦੇ ਥਿਓਰੈਟੀਕਲ ਗਿਆਨ ਦੇ ਨਾਲ ਵੀ ਜੁੜੋ। ਇਹ ਥੀਏਟਰ ਕਿੱਥੋਂ ਆਰੰਭ ਹੋਇਆ, ਉਹਦੀਆਂ ਕਿਹੜੀਆਂ ਸ਼ੈਲੀਆਂ ਨੇ, ਕੀ ਉਹਦੇ ਵਿੱਚ ਚੇਂਜਸ ਆਈਆਂ, ਕਿਹੜੇ ਕਿਹੜੇ ਬੰਦਿਆਂ ਨੇ ਹੁਣ ਤੱਕ ਕੀ ਸਾਨੂੰ ਦਿੱਤਾ, ਤਾਂ ਇਹ ਸਾਰੀਆਂ ਚੀਜ਼ਾਂ ਉਹਦੇ 'ਚ ਆਉਂਦੀਆਂ। ਜੀ, ਜਿਸ ਤਰ੍ਹਾਂ ਅਸੀਂ ਗ੍ਰੀਕ ਥੀਏਟਰ ਦੀ ਗੱਲ ਕਰਦੇ ਹਾਂ, ਸਾਨੂੰ ਭਾਰਤ ਦੇ ਪੁਰਾਤਨ ਥੀਏਟਰ ਦੀ ਵੀ ਪਤਾ ਹੋਣੀ ਚਾਹੀਦੀ ਹੈ। ਜੋ ਅਭਿਨਵ ਗੁਪਤ ਜੀ ਨੇ ਸਾਰਾ ਲਿਖਿਆ ਹੈ ਨਾਟਯ ਸ਼ਾਸਤਰ, ਅਗਨੀ ਪੁਰਾਣ ਵਿੱਚ ਮਿਲਦਾ ਹੈ ਨਾਟਕ ਦੇ ਬਾਰੇ, ਵਿਸ਼ਨੂੰ ਪੁਰਾਣ ਵਿੱਚ ਮਿਲਦਾ ਹੈ ਨਾਟਕ ਦੇ ਬਾਰੇ, ਇਹ ਸਭ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਤੇ ਨਾਲ ਦੀ ਨਾਲ ਸਮੇਂ-ਸਮੇਂ ਦਾ ਸੰਗੀਤ ਹੈ ਜੋ ਬਦਲਦਾ ਰਹਿੰਦਾ ਹੈ, ਔਰ ਅੱਜ ਦੇ ਸਮੇਂ ਦਾ ਵੀ ਸੰਗੀਤ ਹੈ ਜਿਸ ਦਾ ਅਸੀਂ ਆਨੰਦ ਲੈਣ ਜਾ ਰਹੇ ਹਾਂ। ਇਹ ਵੀ ਸਾਡੇ ਪਿਛੋਕੜ ਚੋਂ ਕਿਤੋਂ ਨਿਕਲਿਆ ਹੈ ਔਰ ਇਸ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ। ਆਓ ਜੀ ਇਸ ਗੀਤ ਦਾ ਆਨੰਦ ਲਈਏ। ਮੇਰ ਕਰੇ ਰੱਬ ਘਾਟੋ ਸਭ ਦੀ ਫੁੱਲਾਂ ਉੱਤੇ ਖੇਲੇ, ਮੇਰ ਕਰੇ ਰੱਬ ਘਾਟੋ ਸਭ ਦੀ ਫੁੱਲਾਂ ਉੱਤੇ ਖੇਲੇ, ਵੀ ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ, ਵੀ ਲੱਗਦੇ ਰਹਿਣ ਸਦਾ, ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ, ਵੀ ਲੱਗਦੇ ਰਹਿਣ ਸਦਾ। ਧਰਤੀ ਵਿੱਚੋਂ ਕਦੇ ਨਾ ਮੁੱਕੇ ਅੰਮ੍ਰਿਤ ਵਰਗਾ ਪਾਣੀ, ਦੁੱਧ ਦੀਆਂ ਛੱਲਾਂ ਰਹਿਣ ਵਗਦੀਆਂ ਚੱਲਦੀ ਰਹੇ ਮਦਾਨੀ। ਧਰਤੀ ਵਿੱਚੋਂ ਕਦੇ ਨਾ ਮੁੱਕੇ ਅੰਮ੍ਰਿਤ ਵਰਗਾ ਪਾਣੀ, ਦੁੱਧ ਦੀਆਂ ਛੱਲਾਂ ਰਹਿਣ ਵਗਦੀਆਂ ਚੱਲਦੀ ਰਹੇ ਮਦਾਨੀ। ਕਿਸੇ ਚੀਜ਼ ਦੀ ਤੋਟ ਨਾ ਆਵੇ, ਮੁੱਕਣੇ ਨਾ ਪੈਸੇ ਧੇਲੇ, ਕਿਸੇ ਚੀਜ਼ ਦੀ ਤੋਟ ਨਾ ਆਵੇ, ਮੁੱਕਣੇ ਨਾ ਪੈਸੇ ਧੇਲੇ, ਵੀ ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ, ਵੀ ਲੱਗਦੇ ਰਹਿਣ ਸਦਾ, ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ, ਵੀ ਲੱਗਦੇ ਰਹਿਣ ਸਦਾ। ਖੇਤਾਂ ਦੇ ਵਿੱਚ ਫਸਲਾਂ ਝੂਮਣ, ਰੱਜ ਰੱਜ ਹੋਣ ਕਮਾਈਆਂ, ਖੁਸ਼ੀਆਂ ਖੇੜੇ ਕਦੇ ਨਾ ਮੁੱਕਣ, ਮਿਲਦੀਆਂ ਰਹਿਣ ਵਧਾਈਆਂ। ਉਹ ਖੇਤਾਂ ਦੇ ਵਿੱਚ ਫਸਲਾਂ ਝੂਮਣ, ਰੱਜ ਰੱਜ ਹੋਣ ਕਮਾਈਆਂ, ਖੁਸ਼ੀਆਂ ਖੇੜੇ ਕਦੇ ਨਾ ਮੁੱਕਣ, ਮਿਲਦੀਆਂ ਰਹਿਣ ਵਧਾਈਆਂ। ਕੰਮ ਕਾਰ ਸਦਾ
ਵੀ ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ ਰਹਿਣ ਸਦਾ ਹੱਦਾਂ ਦੇ ਸਰਹੱਦਾਂ ਸਾਰੀਆਂ ਹੋ ਜਾਣ ਕਿਧਰੇ ਢੇਰੀ ਆਪਸ ਦੇ ਵਿੱਚ ਘੁਲ ਮਿਲ ਜਾਈਏ ਕੋਈ ਨਾ ਹੋਵੇ ਵੈਰੀ ਹੱਦਾਂ ਤੇ ਸਰਹੱਦਾਂ ਸਾਰੀਆਂ ਹੋ ਜਾਣ ਕਿਧਰੇ ਢੇਰੀ ਆਪਸ ਦੇ ਵਿੱਚ ਘੁਲ ਮਿਲ ਜਾਈਏ ਕੋਈ ਨਾ ਹੋਵੇ ਵੈਰੀ ਪਿਛਲੇ ਆਪਾਂ ਭੁੱਲ ਜਾਈਏ ਵੀ ਝਗੜੇ ਅਤੇ ਝਮੇਲੇ ਕਿ ਆਪਾਂ ਭੁੱਲ ਜਾਈਏ ਵੀ ਝਗੜੇ ਅਤੇ ਝਮੇਲੇ ਵੀ ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ। ਯੁਵਕ ਮੇਲਿਆਂ ਦੀ ਸਾਰਥਿਕਤਾ ਕੀ ਹੈ, ਭੂਮਿਕਾ ਕੀ ਹੈ, ਇਸ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਗੁਰਸੇਵਕ ਲਾਂਬੀ ਜੀ ਜੋ ਕਿ ਮੁਖੀ ਨੇ ਵੈਲਫੇਅਰ ਸੈਕਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਯੂਥ ਵੈਲਫੇਅਰ ਨਾਲ ਜੁੜੇ ਹੋਏ ਨੇ ਲਾਂਬੀ ਸਾਹਿਬ। ਸੋ ਅਸੀਂ ਗੱਲਬਾਤ ਕਰ ਰਹੇ ਸੀ ਕਿ ਕਿਸ ਤਰ੍ਹਾਂ ਸਾਨੂੰ ਪਿਛੋਕੜ ਨਾਲ ਜੁੜ ਕੇ ਆਧੁਨਿਕ ਸਮੇਂ ਦੇ ਵਿੱਚ ਆਉਣਾ ਚਾਹੀਦਾ ਹੈ। ਇਹਦੇ ਵਿੱਚ ਕ੍ਰੀਏਟੀਵਿਟੀ ਖਾਸ ਰੋਲ ਕਰਦੀ ਹੈ, ਸਾਡਾ ਸਿਰਜਣ ਕਰਨ ਦਾ ਜੋ ਗੁਣ ਹੈ ਖਾਸ ਰੋਲ ਅਦਾ ਕਰਦਾ ਹੈ ਕਿ ਅਸੀਂ ਪੁਰਾਣੀਆਂ ਕਹਾਣੀਆਂ, ਪੁਰਾਣੇ ਪਾਤਰ, ਪੁਰਾਣੇ ਗੀਤ ਸੰਗੀਤ ਨੂੰ ਆਧੁਨਿਕ ਸਮੇਂ ਦੇ ਵਿੱਚ ਕਿਵੇਂ ਲੈ ਕੇ ਆਈਏ, ਉਹਨੂੰ ਨਵਾਂ ਰੂਪ ਕਿਵੇਂ ਦਈਏ ਤਾਂ ਕਿ ਅੱਜ ਦੇ ਲੋਕ ਵੀ ਉਸ ਨਾਲ ਜੁੜ ਸਕਣ ਤੇ ਸਾਡੀਆਂ ਜੜ੍ਹਾਂ ਸਾਡੇ ਸਾਹਮਣੇ ਆ ਸਕਣ, ਅਸੀਂ ਇੱਕ ਵਧੀਆ ਵਿਅਕਤੀਤਵ, ਵਧੀਆ ਅਸੀਂ ਸ਼ਖਸੀਅਤ ਸਿਰਜ ਸਕੀਏ, ਇੱਕ ਵਧੀਆ ਨਾਗਰਿਕ ਖੜਾ ਕਰ ਸਕੀਏ ਸਮਾਜ ਦੇ ਸਾਹਮਣੇ। ਸੋ ਸਿਰਜਣ ਦੀ ਜੋ ਕਲਾ ਹੈ ਉਸ ਬਾਰੇ ਤੁਸੀਂ ਦੱਸੋ। ਯੂਥ ਫੈਸਟੀਵਲ ਤੁਹਾਨੂੰ ਕ੍ਰੀਏਟਿਵ ਬਣਾਉਂਦੇ ਨੇ। ਹਾਂਜੀ, ਮੈਂ ਪਹਿਲਾਂ ਵੀ ਥੋੜ੍ਹਾ ਜਿਹਾ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਯੂਥ ਫੈਸਟੀਵਲਸ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਆਈਟਮਾਂ ਨੇ ਕਿ ਤੁਹਾਨੂੰ ਮੌਕੇ ਦੇ ਉੱਤੇ ਟੌਪਿਕ ਦਿੱਤੇ ਜਾਂਦੇ ਨੇ। ਹਾਂਜੀ, ਖਾਸ ਤੌਰ ਤੇ ਫਾਈਨ ਆਰਟਸ ਦੇ ਵਿੱਚ ਤੁਹਾਨੂੰ ਟੌਪਿਕ ਦਿੱਤਾ ਤੇ ਤੁਸੀਂ ਉਹਦੇ ਨਾਲ ਪਿਕਚਰ ਬਣਾਉਣੀ ਆ, ਕੋਲਾਜ ਬਣਾਉਣਾ, ਕਾਰਟੂਨ ਬਣਾਉਣਾ ਜਾਂ ਕੁਛ ਰੰਗੋਲੀ ਬਣਾਉਣੀ ਆ, ਤਾਂ ਹੁਣ ਤੁਹਾਡੀ ਮੌਕੇ ਤੇ ਕੀ ਕ੍ਰੀਏਟ ਕਰਦੇ ਹੋ ਤੁਸੀਂ, ਇਹ ਅਹਿਮੀਅਤ ਆ ਤੁਹਾਡੀ, ਔਰ ਕਿੰਨਾ ਅੱਛਾ ਕ੍ਰੀਏਟ ਕਰਦੇ ਹੋ, ਤੁਹਾਨੂੰ ਕਿਹੜੀ ਚੀਜ਼ ਆ ਜਿਹੜੀ ਉਹ ਅਵਲ ਲੈ ਕੇ ਆ ਸਕਦੀ ਹੈ। ਬਿਲਕੁਲ ਇਸੇ ਤਰ੍ਹਾਂ ਲਿਟਰੇਚਰ ਦੇ ਵਿੱਚ ਜਾਂ ਲਿਟਰੇਰੀ ਆਈਟਮਸ ਨੇ ਸਾਡੀਆਂ, ਜਿਹਦੇ 'ਚ ਕਵਿਤਾ ਵੀ ਹੈ, ਜਿਹਦੇ 'ਚ ਐਲੋਕੇਸ਼ਨ ਵੀ ਹੈ, ਜਿਹਦੇ 'ਚ ਡਿਬੇਟ ਵੀ ਹੈ। ਤਾਂ ਡਿਬੇਟ ਦੇ ਟੌਪਿਕ ਵੀ ਤੁਹਾਨੂੰ 24 ਘੰਟੇ ਅਸੀਂ ਪਹਿਲਾਂ ਹੀ ਦਿੰਦੇ ਹਾਂ। ਤਾਂ ਉਹਦੇ 'ਚ ਵੀ ਆ ਕਿ ਤੁਸੀਂ ਜਦੋਂ ਡਿਬੇਟ ਹੈ ਜਾਂ ਭਾਸ਼ਣ ਹੈ, ਤੁਸੀਂ ਸਟੇਜ ਉੱਤੇ ਬੈਠੇ ਹੋ, ਇੱਕ ਸਟੂਡੈਂਟ ਬੋਲ ਰਿਹਾ, ਤਾਂ ਤੁਸੀਂ ਉਸ ਵਿਦਿਆਰਥੀ ਨੂੰ ਕੋਟ ਵੀ ਕਰਨਾ, ਉੱਥੋਂ ਤੁਸੀਂ ਕਿੰਨਾ ਅੱਛਾ ਕੁਛ ਮਟੀਰੀਅਲ ਜਿਹੜਾ ਮੌਕੇ ਦੇ ਉੱਤੇ ਹੀ ਲੈ ਕੇ ਤੁਸੀਂ ਆਪਦੇ ਆਪ ਨੂੰ ਪ੍ਰਗਟ ਕਰਨਾ, ਤੁਸੀਂ ਆਪਦੇ ਆਪ ਨੂੰ ਤੁਸੀਂ ਬੋਲਣਾ। ਤਾਂ ਇਹ ਚੀਜ਼ ਹੈ। ਦੂਸਰਾ ਹੈਗਾ ਕਿ ਤੁਸੀਂ ਨਾਟਕ ਦੇ ਵਿੱਚੋਂ ਨਾਟਕ ਦੇ ਵਿੱਚ ਬਾਦਸ਼ਾਹ ਦਾ ਰੋਲ ਵੀ ਕਰ ਰਹੇ ਹੋ, ਤੁਸੀਂ ਨਾਟਕ ਦੇ ਵਿੱਚ ਹੋ ਸਕਦਾ ਕਿਸੇ ਮੰਗਤੇ ਦਾ ਰੋਲ ਵੀ ਕਰ ਰਹੇ ਹੋ, ਤਾਂ ਤੁਹਾਨੂੰ ਦੋ ਜ਼ਿੰਦਗੀਆਂ ਜੀਣੀਆਂ ਆ ਜਾਂਦੀਆਂ। ਬਿਲਕੁਲ ਸਹੀ ਗੱਲ ਹੈ। ਠੀਕ ਹੈ। ਇਸੇ ਤਰ੍ਹਾਂ ਤੁਸੀਂ ਡਾਂਸਸ ਦੇ ਵਿੱਚੋਂ ਕਿ ਡਾਂਸਸ ਦੇ ਵਿੱਚ ਤੁਸੀਂ ਕੀ ਕ੍ਰੀਏਟ ਕਰ ਸਕਦੇ ਹੋ ਕਿ ਤੁਸੀਂ ਫੋਕ ਨੂੰ ਵੀ ਨਾਲ ਲੈ ਕੇ ਚੱਲਣਾ, ਫੋਕ ਨੂੰ ਵੀ ਨਾਲ ਲੈ ਕੇ ਚੱਲਣਾ, ਜਾਂ ਤਾਂ ਫਿਰ ਦੂਸਰੇ ਪਾਸੇ ਹੋਰ ਜਿਹੜੀਆਂ ਆਈਟਮਾਂ ਨੇ। ਤਾਂ ਜਿਹੜਾ ਯੂਥ ਫੈਸਟੀਵਲ ਦੀਆਂ ਆਈਟਮਾਂ ਨੇ ਉਹ ਵਿਦਿਆਰਥੀਆਂ ਦੇ ਵਿੱਚ ਕ੍ਰੀਏਟੀਵਿਟੀ ਪੈਦਾ ਕਰਦੀਆਂ ਨੇ, ਔਰ ਅੱਜ ਦੇ ਦੌਰ ਦੇ ਵਿੱਚ ਇਹਨਾਂ ਚੀਜ਼ਾਂ ਦੀ ਵਿਸ਼ੇਸ਼ ਮਹੱਤਤਾ, ਕਿਉਂਕਿ ਅੱਜ ਸਾਡੇ ਕੋਲੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਜਿਹੜਾ ਹੈਗਾ ਉਹ ਬਣਿਆ ਬਣਾਇਆ ਆ ਰਿਹਾ, ਮੈਸੇਜ ਆ ਰਹੇ ਨੇ, ਅਸੀਂ ਅੱਗੇ ਫਾਰਵਰਡ ਕਰਦੇ ਹਾਂ। ਠੀਕ ਹੈ। ਉਹਦੇ 'ਚ ਆਪਦੇ ਵੱਲੋਂ ਅਸੀਂ ਕੁਝ ਨਹੀਂ ਦੇ ਰਹੇ, ਉਹਦੇ 'ਚ ਇੱਕ ਸ਼ਬਦ ਵੀ ਸਾਡਾ ਨਹੀਂ ਹੁੰਦਾ। ਕਈ ਵਾਰੀ ਤਾਂ ਇਹ ਹੁੰਦਾ ਕਿ ਦੀਵਾਲੀ ਵਾਲਾ ਮੈਸੇਜ ਹੋਲੀ ਵਾਲੇ ਦਿਨ ਨੂੰ ਅੱਗੇ ਫਾਰਵਰਡ ਕਰ ਦਿੱਤਾ ਜਾਂਦਾ। ਤਾਂ ਤੁਸੀਂ ਜਦੋਂ ਕ੍ਰੀਏਟਿਵ ਹੋਵੋਗੇ ਤਾਂ ਤੁਸੀਂ ਉਸ ਚੀਜ਼ ਦਾ ਐਨਾਲਿਸਿਸ ਕਰੋਗੇ, ਉਸ ਚੀਜ਼ ਨੂੰ ਦੇਖੋਗੇ, ਆਪਦੇ ਵੱਲੋਂ ਇਨਪੁਟ ਦਿਓਗੇ, ਤਾਂ ਫਿਰ ਅੱਗੇ ਉਸ ਚੀਜ਼ ਨੂੰ ਫਾਰਵਰਡ ਕਰੋਗੇ। ਤਾਂ ਜਿਹੜੇ ਯੂਥ ਫੈਸਟੀਵਲ ਦੀਆਂ ਆਈਟਮਾਂ ਹੈਗੀਆਂ ਨੇ, ਤਾਂ ਜੇ ਯੂਥ ਫੈਸਟੀਵਲ ਦੀ ਮੰਚ ਹੈਗੀ ਆ ਉਹ ਤੁਹਾਨੂੰ ਕ੍ਰੀਏਟਿਵ ਬਣਾਉਂਦੀ ਹੈ। ਤੁਸੀਂ ਜਦੋਂ ਅੱਗੇ ਕਲਾਕਾਰ ਬਣ ਜਾਂਦੇ ਹੋ, ਫਿਰ ਅੱਗੇ ਕਿਸੇ ਮੰਚ ਦੇ ਉੱਤੇ ਜਾਂਦੇ ਹੋ, ਕਿਤੇ ਤੁਹਾਡੀ ਵੈਸੇ ਪਰਫਾਰਮੈਂਸ ਹੁੰਦੀ ਆ, ਤਾਂ ਤੁਸੀਂ ਆਡੀਅנס ਦੇਖਣੀ ਆ ਕਿ ਆਡੀਅנס ਕਿਹੜੀ ਬੈਠੀ ਹੋਈ ਹੈ। ਤੁਸੀਂ ਇਸ ਸਟੇਜ ਦੇ ਉੱਤੇ ਨਾ ਕਿ ਨੇਚਰ ਆਫ ਪ੍ਰੋਗਰਾਮ ਦੀ ਨੇਚਰ ਕੀ ਹੈ ਨਾ, ਪ੍ਰੋਗਰਾਮ ਦਾ ਨੇਚਰ ਕੀ ਹੈ, ਤਾਂ ਉਹਦੇ 'ਚ ਆਡੀਅנס ਕਿਹੜੀ ਬੈਠੀ ਹੋਈ ਹੈ, ਤੁਸੀਂ ਕਿਸ ਤਰ੍ਹਾਂ ਦਾ ਗਾਣਾ ਗਾਉਣਾ, ਕਿਸ ਤਰ੍ਹਾਂ ਦੀ ਗੱਲ ਕਰਨੀ ਆ, ਕਿਸ ਤਰ੍ਹਾਂ ਦੇ ਸ਼ਬਦ ਚੁਣਨੇ ਨੇ, ਕਿਸ ਤਰ੍ਹਾਂ ਦਾ ਪ੍ਰਭਾਵ ਦੇਣਾ, ਤੁਸੀਂ ਕਿੰਨੇ ਕੁ ਸਿਆਣੇ ਲੋਕ ਬੈਠੇ ਹੋਏ ਨੇ, ਵਿਦਿਆਰਥੀ ਬੈਠੇ ਹੋਏ ਨੇ ਕਿ ਜਾਂ ਟੀਚਰ ਬੈਠੇ ਹੋਏ ਨੇ। ਤਾਂ ਇਹ ਸਾਰੇ ਪ੍ਰੋਸੈਸ ਦੇ ਵਿੱਚ ਉਹ ਤੁਹਾਡੇ ਅੰਦਰੋਂ ਆਪਣੇ ਆਪ ਕ੍ਰੀਏਟ ਹੋਏਗੀ ਚੀਜ਼ ਕਿ ਇੱਥੇ ਮੈਂ ਆਹ ਚੀਜ਼
ਦੇਣੀ ਹੈਗੀ ਹੈ। ਸੋ ਜਿੰਨਾ ਅੱਛਾ ਕ੍ਰੀਏਟਰ ਹੋਏਗਾ ਉਨੀ ਅੱਛਾ ਤੁਹਾਡਾ ਪ੍ਰਭਾਵ ਹੋਏਗਾ। ਤਾਂ ਇਹ ਕ੍ਰੀਏਟੀਵਿਟੀ ਜਿਹੜੀ ਯੂਥ ਫੈਸਟੀਵਲ ਬਣਾਉਂਦੇ ਨੇ ਵਿਦਿਆਰਥੀਆਂ ਨੂੰ, ਕ੍ਰੀਏਟੀਵਿਟੀ ਕਿਹਾ ਜਾਂਦਾ ਕਿ ਥੀਏਟਰ ਜਿਹੜਾ ਨਾ ਉਹ ਇੱਕ ਰੇਤ ਦਾ ਤੁਸੀਂ ਘਰ ਬਣਾਉਂਦੇ ਹੋ, ਰੋਜ਼ ਢਾਉਂਦੇ ਹੋ, ਰੋਜ਼ ਬਣਾਉਂਦੇ ਹੋ, ਹਰ ਵੇਲੇ ਢਾਉਂਦੇ ਹੋ, ਹਰ ਵੇਲੇ ਬਣਾਉਂਦੇ ਹੋ, ਮੌਕੇ ਦੇ ਮੁਤਾਬਿਕ ਤੁਸੀਂ ਸਿਰਜਣਾ ਕਰਦੇ ਹੋ। ਇੱਥੋਂ ਤੁਹਾਡਾ ਜੋ ਸਿਰਜਣ ਕਰਨ ਦਾ ਹੁਨਰ ਹੈ, ਜੋ ਗੁਣ ਹੈ, ਉਹਦਾ ਵਿਕਾਸ ਹੁੰਦਾ ਹੈ। ਤੇ ਅਸੀਂ ਤੁਹਾਡੇ ਸਿਰਜਣ ਕਰਨ ਦੇ ਗੁਣ ਦਾ ਅਸੀਂ ਵੀ ਦੇਖਣਾ ਚਾਹੁੰਦੇ ਹਾਂ, ਕਿੰਨਾ ਕੁ ਵਿਕਾਸ ਹੈ, ਕਿੰਨਾ ਕੁ ਤੁਸੀਂ ਵਿਕਸਿਤ ਕੀਤਾ ਹੈ। ਤੁਸੀਂ ਵੀ ਕੁਝ ਸੁਣਾ ਦਿਓ। ਤੁਸੀਂ ਲਿਖਾਰੀ ਵੀ ਹੋ, ਕਵੀ ਵੀ ਹੋ, ਥੀਏਟਰ ਆਰਟਿਸਟ ਵੀ ਹੋ, ਤਾਂ ਅਸੀਂ ਕ੍ਰੀਏਟੀਵਿਟੀ ਦਾ ਰੂਪ ਦੇਖਣਾ ਚਾਹੁੰਦੇ ਹਾਂ ਤੁਹਾਡੀ। ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰ ਰਿਹਾ, ਉਹ ਪੰਜਾਬੀ ਬੋਲੀ ਦੇ ਹਵਾਲੇ ਨਾਲ ਹੈ ਔਰ ਪਿਛਲੇ ਸਮਿਆਂ ਦੇ ਵਿੱਚ ਹੀ ਮੈਂ ਲਿਖਿਆ ਗਾਇਆ ਵੀ ਆ। ਤੇ ਚੁੰਨੀ ਰੰਗ ਦੇ ਲਲਾਰੀਆ ਮੇਰੀ ਵੇ ਉੜਾੜਾ ਉੱਤੇ ਛਾਪ ਦੇ, ਚੁੰਨੀ ਰੰਗ ਦੇ ਤੇਰੀ ਚੱਲੂਗੀ ਦੁਕਾਨ ਬਥੇਰੀ, ਵੇ ਉੜਾੜਾ ਉੱਤੇ ਛਾਪ ਦੇ, ਰੰਗ ਤੂੰ ਚੜਾ ਦੇ ਇਹਨੂੰ ਨਾਨਕ ਦੀ ਬਾਣੀ ਦਾ, ਵਾਹ ਵਾਹ, ਇੱਕ ਪੱਲਾ ਰੰਗ ਦੀ ਗੋਬਿੰਦ ਦੀ ਕਹਾਣੀ ਦਾ, ਇੱਕ ਪੱਲਾ ਰੰਗ ਦੀ ਗੋਬਿੰਦ ਦੀ ਕਹਾਣੀ ਦਾ, ਜਿਹਨੇ ਚੁੰਨੀਆਂ ਨੂੰ ਦਿੱਤੀ ਸੀ ਦਲੇਰੀ, ਊੜਾੜਾ ਉੱਤੇ ਛਾਪ ਦੇ, ਬੁੱਲੇ ਦੀਆਂ ਕਾਫੀਆਂ ਦਾ ਰੰਗ ਵੀ ਚੜਾ ਦੇਵੇ, ਵਾਰਸ ਦੀ ਹੀਰ ਮੇਰੀ ਚੁੰਨੀ ਗਾਉਣ ਲਾ ਦੇਵੇ, ਵਾਰਸ ਦੀ ਹੀਰ ਮੇਰੀ ਚੁੰਨੀ ਗਾਉਣ ਲਾ ਦੇਵੇ, ਇਹਦੀ ਰੱਖੀ ਥੋੜੀ ਹੇਕ ਲ ਮੇਰੀ, ਊੜਾੜਾ ਉੱਤੇ ਛਾਪ ਦੇ, ਗਾਰ ਗੀਤ ਔਲਖ ਦੀ ਨਾਟ ਭਾਸ਼ਾ ਪਾ ਦੇਵੇ, ਸ਼ਿਵ ਦਿਆਂ ਗੀਤਾਂ ਵਾਲੀ ਵੇਦ ਨਾ ਰਲਾ ਦੇਵੇ, ਪਾਸ਼ ਪਾਤਰ ਦੀ ਕਵਿਤਾ ਡੂੰਘੇਰੀ, ਊੜਾੜਾ ਉੱਤੇ ਛਾਪ ਦੇ, ਚੁੰਨੀ ਰੰਗ ਦੇ, ਰੰਗ ਦੇ ਯਮਲੇ ਦੀ ਤੁੰਬੀ ਟੁਣਕਾਰ ਦਾ, ਦੱਸ ਦੇ ਉਦਾਸੀ ਕਿਵੇਂ ਮੈਲਾਂ ਨੂੰ ਵੰਗਾਰਦਾ, ਉਠੋ ਕੁੱਲੀਓ ਨਾ ਟਾਂ ਕੇ ਬੈਠੋ ਠੇਰੀ, ਊੜਾੜਾ ਉੱਤੇ ਛਾਪ ਦੇ। ਔਰ ਇਹਦੇ ਚ ਢੋਲੇ ਟੱਪੇ ਮਾਈਏ ਛੰਦ ਸਿੱਠਣੀਆਂ ਸੇਰੇ ਵੇ, ਲਹਿਰੀਏ ਬਣਾ ਦੇ ਲੰਬੀ ਚੁੰਨੀ ਉੱਤੇ ਮੇਰੇ ਵੇ, ਲਹਿਰੀਏ ਬਣਾ ਦੇ ਸਭ ਚੁੰਨੀ ਉੱਤੇ ਮੇਰੇ ਵੇ, ਆਵੇ ਘੋੜੀਆਂ ਨੂੰ ਰੰਗਤ ਵਧੇਰੀ, ਊੜਾੜਾ ਉੱਤੇ ਛਾਪ ਦੇ, ਚੁੰਨੀ ਰੰਗ ਦੇ। ਔਰ ਇਹਦਾ ਆਖਰੀ ਸਰ ਜੀ ਜੀ, ਊੜਾੜਾ ਈੜੀ ਸੱਸਾ ਹਾਹਾ ਕੱਕਾ ਖਖਾਵੇ, ਇਹਨਾਂ ਵਾਲਾ ਰੰਗ ਲੰਬੀ ਕਰਦੀ ਤੂੰ ਪਕਾਵੇ, ਇਹਨਾਂ ਵਾਲਾ ਰੰਗ ਜ਼ਰਾ ਕਰਦੀ ਤੂੰ ਪਕਾਵੇ, ਰੰਗ ਉਡਾਉਣ ਵਾਲੀ ਫਿਰਦੀ ਹਨੇਰੀ, ਊੜਾੜਾ ਉੱਤੇ ਛਾਪ ਦੇ, ਚੁੰਨੀ ਰੰਗ ਦੇ ਲਲਾਰੀਆ ਮੇਰੀ, ਵੇ ਊੜਾੜਾ ਉੱਤੇ ਛਾਪ ਦੇ। ਬਹੁਤ ਵਧੀਆ ਲਾਂਬੀ ਸਾਹਿਬ, ਬਹੁਤ ਵਧੀਆ। ਕਿਉਂਕਿ ਮੈਂ ਖੁਦ ਥੀਏਟਰ ਦਾ ਵਿਦਿਆਰਥੀ ਹਾਂ, ਤਾਂ ਮੈਂ ਇੱਕ ਗੱਲ ਮਹਿਸੂਸ ਕਰਦਾ, ਇੱਕ ਤਾਂ ਥੀਏਟਰ ਸਾਡੇ ਵਿੱਚੋਂ ਝਾਕਾ ਕੱਢ ਦਿੰਦਾ ਤੇ ਦੂਜਾ ਸਾਨੂੰ ਮੈਨੇਜਮੈਂਟ ਸਿਖਾਉਂਦਾ ਹੈ, ਪ੍ਰਬੰਧਨ ਦਾ ਕੰਮ ਸਿਖਾਉਂਦਾ ਹੈ। ਕਿਉਂਕਿ ਅਸੀਂ ਜਦੋਂ ਦੇਖਦੇ ਹਾਂ ਪੂਰਾ ਖਲੇਰਾ ਪਿਆ ਹੋਇਆ, ਕਿਤੇ ਸਟੇਜ ਦਾ ਸਮਾਨ ਪਿਆ, ਕਿਤੇ ਮੇਕਅਪ ਦਾ ਸਮਾਨ ਪਿਆ, ਕਿਤੇ ਕਾਸਟਿਊਮਸ ਪਿਆ, ਕਿਤੇ ਪ੍ਰੋਪਰਟੀਜ਼ ਪਈਆਂ ਨੇ, ਕਿਤੇ ਲਾਈਟਸ ਪਈਆਂ ਨੇ, ਖਲੇਰਾ ਪਿਆ ਹੋਇਆ। ਪਰ ਸਾਡੇ ਸਾਰਿਆਂ ਦੇ ਦਿਮਾਗ ਦੇ ਵਿੱਚ ਜੋ ਅਸੀਂ ਉਸ ਨਾਟਕ ਦੇ ਵਿੱਚ ਕੰਮ ਕਰਦੇ ਪਏ ਹਾਂ, ਪੂਰਾ ਪ੍ਰਬੰਧ ਹੈ, ਦਿਮਾਗ ਦੇ ਵਿੱਚ ਪੂਰਾ ਖਾਕਾ ਕਲੀਅਰ ਹੈ, ਪੂਰਾ ਮੈਪ ਕਲੀਅਰ ਹੈ, ਕਿਹੜੀ ਚੀਜ਼ ਕਿੱਥੇ ਇਸਤੇਮਾਲ ਕਰਨੀ, ਕਿਹੜੀ ਚੀਜ਼ ਕਿੱਥੇ ਰੱਖਣੀ ਹੈ। ਤੇ ਜਿਹੜੀ ਇਹ ਮੈਨੇਜਮੈਂਟ ਹੈ, ਇਹ ਪ੍ਰਬੰਧਨ ਦਾ ਕੰਮ ਹੈ, ਇਹ ਹਰ ਖੇਤਰ 'ਚ ਕੰਮ ਆਉਂਦਾ ਸਾਡੇ, ਭਾਵੇਂ ਅਸੀਂ ਕਿਸੇ ਵੀ ਖੇਤਰ 'ਚ ਜਾਈਏ। ਇਹਦੇ ਬਾਰੇ ਦੱਸੋ, ਇਹ ਪੁਆਇੰਟ ਬੜਾ ਮਜ਼ਬੂਤ ਹੈ ਜਿਹੜਾ ਕਿਸੇ ਵੀ ਵਿਦਿਆਰਥੀ ਨੂੰ ਕਿਸੇ ਵੀ ਖੇਤਰ ਵਾਸਤੇ ਤਿਆਰ ਕਰਦਾ ਹੈ। ਬਹੁਤ ਖੂਬਸੂਰਤ ਗੱਲ ਕਹੀ ਹੈ ਤੁਸੀਂ। ਇਸ ਵੇਲੇ ਪ੍ਰੋਗਰਾਮ ਚੱਲ ਰਿਹਾ, ਆਪਾਂ ਬੈਠੇ ਹੋਏ ਹਾਂ, ਪਰ ਇਹਦੇ ਪਿੱਛੇ ਕਿੰਨੀ ਵੱਡੀ ਟੀਮ ਕੰਮ ਕਰ ਰਹੀ। ਅਸੀਂ ਫਿਲਮਾਂ ਦੇਖਦੇ ਹਾਂ, ਅਸੀਂ ਕੋਈ ਨਾਟਕ ਦੇਖਦੇ ਹਾਂ,
ਤਾਂ ਅਸੀਂ ਸਟੇਜ ਨੂੰ ਦੇਖ ਰਹੇ ਹੁੰਦੇ ਹਾਂ ਜੀ, ਜਾਂ ਅਸੀਂ ਪਰਦੇ ਦੇ ਉੱਤੇ ਜਿਹੜਾ ਕੁਝ ਚੱਲ ਰਿਹਾ ਉਹ ਦੇਖ ਰਹੇ ਹੁੰਦੇ ਬਿਲਕੁਲ ਸਰ। ਪਰ ਉਹਦੇ ਪਿੱਛੇ ਉਸ ਤੋਂ ਵਧੇਰੇ ਲੋਕ ਜੁੜੇ ਹੁੰਦੇ ਨੇ। ਹਾਂਜੀ, ਜਦੋਂ ਅਸੀਂ ਯੂਥ ਫੈਸਟੀਵਲਸ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਮੈਨੇਜਮੈਂਟ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪ੍ਰਬੰਧਾਂ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਟੀਚਰ ਦੇ ਹਵਾਲੇ ਨਾਲ ਜਾਂ ਅਸੀਂ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੇ ਹਵਾਲੇ ਨਾਲ ਦੇਖਾਂਗੇ ਕਿ ਉਹਨਾਂ ਨੇ ਕਿੰਨੇ ਸਾਰੇ ਬੱਚਿਆਂ ਨੂੰ ਲੈ ਕੇ ਜਾਣਾ ਹੁੰਦਾ। ਹਾਂਜੀ, ਬੱਚਿਆਂ ਨੂੰ ਲੈ ਕੇ ਜਾਣਾ, ਉਹਨਾਂ ਦੀ ਕੇਅਰ ਕਰਨੀ, ਉਹਨਾਂ ਦੇ ਨਾਲ ਡਾਇਲੋਗ ਕਰਨਾ ਔਰ ਸ਼ਾਮ ਤੱਕ ਉਹਨਾਂ ਨੂੰ ਉਹਨਾਂ ਦੇ ਘਰੇ ਪਹੁੰਚਾਉਣਾ। ਹਾਂਜੀ, ਇਹ ਵੱਡਾ ਪ੍ਰਬੰਧ ਹੈ ਕਿ ਬੱਚਿਆਂ ਦੀ ਜ਼ਿੰਮੇਵਾਰੀ ਹੈ ਤੁਹਾਡੇ ਕੋਲੇ। ਦੂਸਰਾ ਜਿਹੜਾ ਮਸਲਾ ਹੈਗਾ ਤੁਹਾਡਾ ਕਿ ਜਿਹੜੇ ਬੱਚੇ ਨੇ, ਜਦੋਂ ਅਸੀਂ ਯੂਥ ਫੈਸਟੀਵਲਾਂ ਦੇ ਉੱਤੇ ਬਿਲਕੁਲ ਫੋਕਸ ਕਰਦੇ ਹਾਂ ਕਿ ਤੁਸੀਂ ਇੱਕ ਕਾਲਜ ਦੇ ਬੱਚੇ ਨੇ, ਉਹ ਡਾਂਸ ਦੇ ਵਿੱਚ ਵੀ ਪਾਰਟਿਸਿਪੇਟ ਕਰ ਰਹੇ ਨੇ, ਉਹ ਥੀਏਟਰ ਦੇ ਵਿੱਚ ਵੀ ਪਾਰਟਿਸਿਪੇਟ ਕਰ ਰਹੇ ਨੇ, ਉਹ ਫਾਈਨ ਆਰਟਸ ਦੇ ਵਿੱਚ ਵੀ ਪਾਰਟਿਸਿਪੇਟ ਕਰ ਰਹੇ ਨੇ, ਤੇ ਹਰ ਜਿਹੜੀ ਈਵੈਂਟ ਹੈਗਾ ਜਾਂ ਹਰ ਆਈਟਮ ਹੈਗਾ ਉਹਦਾ ਕਿੰਨਾ ਸਾਰਾ ਸਮਾਨ ਹੁੰਦਾ। ਹਾਂਜੀ, ਤਾਂ ਤੁਸੀਂ ਹਰ ਬੱਚੇ ਦੀ, ਹਰ ਆਪਦੇ ਸਾਥੀ ਦੀ ਹੈਲਪ ਵੀ ਕਰਨੀ ਹੈ। ਤੁਸੀਂ ਜਿਹੜਾ ਥੀਏਟਰ ਵਾਲਾ ਬੰਦਾ ਹੈਗਾ ਉਹਦਾ ਸੈੱਟ ਵੀ ਚੱਕ ਕੇ ਲੈ ਕੇ ਜਾਣਾ, ਠੀਕ ਹੈ, ਸਹੀ ਹੈ। ਜਿਹੜਾ ਦੂਸਰਾ ਬੱਚਾ ਹੈਗਾ, ਫੋਕ ਆਰਕੈਸਟਰਾ ਵਾਲਾ ਬੱਚਾ ਹੈਗਾ, ਉਹਦੇ ਸਾਜ਼ ਵੀ ਨਾਲ ਚੱਕ ਕੇ ਲੈ ਕੇ ਜਾਣੇ। ਬਿਲਕੁਲ ਸਹੀ। ਤਾਂ ਤੁਸੀਂ ਆਪਸ ਦੇ ਵਿੱਚ ਇੰਨਾ ਘੁਲ ਮਿਲ ਕੇ ਰਹਿਣਾ। ਤਾਂ ਇਸ ਪੱਖੋਂ ਵੀ ਮੈਨੇਜਮੈਂਟ, ਪ੍ਰਬੰਧਨ ਤੇ ਆਪਸੀ ਸਾਂਝ ਆ ਜਿਹੜੀ ਉਹ ਯੂਥ ਫੈਸਟੀਵਲਾਂ ਦੇ ਵਿੱਚੋਂ ਦੇਖੀ ਜਾ ਸਕਦੀ ਹੈ। ਸਾਨੂੰ ਟੀਮ ਵਰਕ ਸਿਖਾਉਂਦਾ ਹੈ। ਟੀਮ ਵਰਕ। ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੀ ਮੈਂ ਸਟਾਰਟਿੰਗ 'ਚ ਗੱਲ ਕੀਤੀ ਹੈ ਕਿ ਸਿਰਫ ਪਰਦੇ ਦੇ ਪਿੱਛੇ ਨਹੀਂ, ਪਰਦੇ ਦੇ ਜਦੋਂ ਅਸੀਂ ਕੋਈ ਸਟੇਜ ਚੱਲ ਰਹੀ ਹੁੰਦੀ ਉਹਦੇ ਪਿੱਛੇ ਜਾ ਕੇ ਦੇਖੋ ਕਿੰਨਾ ਖਲਾਰਾ ਪਿਆ ਹੁੰਦਾ। ਉਹ ਖਲਾਰਾ ਵੀ ਪਿਆ ਹੁੰਦਾ ਪਰ ਉਹ ਖਲਾਰੇ ਦਾ ਪਤਾ ਨਹੀਂ ਲੱਗਦਾ। ਉਹ ਖਲਾਰਾ ਇਸੇ ਕਰਕੇ ਹੁੰਦਾ, ਉਹ ਕੋਈ ਬੰਦਾ ਕਹਿੰਦਾ ਕਿ ਤੁਸੀਂ ਇੰਨੀ ਸਹਿਜ ਕਿਵੇਂ ਬੈਠ ਜਾਂਦੇ ਹੋ ਜਾਂ ਤੁਸੀਂ ਪ੍ਰੋਗਰਾਮ ਨਹੀਂ ਦੇਖਦੇ। ਮੈਂ ਇੱਕ ਵਾਰੀ ਕਿਤੇ ਬੈਠਾ ਹੋਇਆ, ਕਹਿੰਦੇ ਕਿ ਤੁਸੀਂ ਫੈਸਟੀਵਲਸ ਦੇ ਵਿੱਚ ਅਕਸਰ ਮੰਚ ਦੇ ਸਾਹਮਣੇ ਨਹੀਂ ਬੈਠੇ ਹੁੰਦੇ, ਤੁਸੀਂ ਕਿੱਥੇ ਬੈਠੇ ਹੁੰਦੇ ਹੋ? ਮੈਂ ਕਿਹਾ ਮੈਂ ਇਸ ਕਰਕੇ ਪਿੱਛੇ ਕਿਤੇ ਹੋਰ ਬੈਠਾ ਹੁੰਦਾ ਤਾਂ ਕਿ ਤੁਸੀਂ ਆਰਾਮ ਨਾਲ ਮੰਚ ਦੇ ਸਾਹਮਣੇ ਬੈਠ ਕੇ ਪ੍ਰੋਗਰਾਮ ਨੂੰ ਦੇਖ ਸਕੋ ਕਿ ਮੈਂ ਉਹਨਾਂ ਪ੍ਰਬੰਧਾਂ ਦੇ ਵਿੱਚ ਲੱਗਿਆ ਹੁੰਦਾ। ਤਾਂ ਉਹ ਪ੍ਰਬੰਧ ਆ ਜਿਹੜੇ ਉਹ ਸਾਨੂੰ ਜਿਹੜੇ ਵਿਦਿਆਰਥੀਆਂ ਨੂੰ ਆਪਸ ਦੇ ਵਿੱਚ ਜੋੜਦੇ ਨੇ ਕਿ ਕਿਵੇਂ ਦੂਜੇ ਦੀ ਜਿਹੜੀ ਆਈਟਮ ਹੈ ਉਹਦੇ ਲਈ ਤੁਸੀਂ ਆਪਦੀ ਆਈਟਮ ਤੋਂ ਵੱਧ ਇਨਪੁਟ ਆ ਜਿਹੜੀ ਉਹ ਦੇਣੀ ਹੈ। ਬਿਲਕੁਲ ਦੇਣੀ ਹੈ। ਔਰ ਅਸੀਂ ਦੇਖਦੇ ਹਾਂ ਕਿ ਸਮੇਂ ਦੇ ਨਾਲ ਹਰ ਚੀਜ਼ ਵਿੱਚ ਬਦਲਾਵ ਆਉਂਦਾ ਹੈ। ਪੁਰਾਤਨ ਥੀਏਟਰ, ਆਧੁਨਿਕ ਥੀਏਟਰ, ਕਲਾ ਦੇ ਵਿੱਚ ਪਰਿਵਰਤਨ, ਸੋਚ ਦੇ ਵਿੱਚ ਪਰਿਵਰਤਨ ਆਉਂਦਾ ਹੈ। ਪਾਤਰ ਨਵੇਂ-ਨਵੇਂ ਆ ਗਏ, ਕਹਾਣੀਆਂ ਨਵੀਆਂ ਆ ਗਈਆਂ, ਸਕਰੀਨ ਪਲੇ ਨਵੇਂ ਤਰ੍ਹਾਂ ਦੇ ਆ ਗਏ, ਸੰਗੀਤ ਨਵੀਂ ਤਰ੍ਹਾਂ ਦਾ ਆ ਗਿਆ, ਹਰ ਚੀਜ਼ ਨਵੀਂ ਤਰ੍ਹਾਂ ਦੀ ਆ ਗਈ, ਪਰ ਸੰਦੇਸ਼ ਉਹੀਓ ਰਹਿੰਦਾ ਹੈ ਹਮੇਸ਼ਾ, ਕਿਉਂਕਿ ਜੋ ਮੂਲ ਹੈ ਉਹ ਹਮੇਸ਼ਾ ਰਹਿੰਦਾ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਜਿਹੜਾ ਮੂਲ ਸੰਦੇਸ਼ ਹੈ ਥੀਏਟਰ ਦਾ, ਤੁਸੀਂ ਸਾਡੇ ਯੁਵਕਾਂ ਤੱਕ ਪਹੁੰਚਾਓ, ਨੌਜਵਾਨਾਂ ਤੱਕ ਪਹੁੰਚਾਓ। ਫੈਸਟੀਵਲ ਦਾ ਸੰਦੇਸ਼ ਜੇ ਨਾ ਕਹਿ ਕੇ ਮੈਂ ਇੱਕ ਰਾਏ ਹੀ ਦੇਣੀ ਚਾਹਾਂਗਾ ਕਿ ਅਸੀਂ ਇੱਕ ਕਾਮਨ ਜੀ ਧਾਰਨਾ ਬਣਾਈ ਹੋਈ ਹੈ ਕਿ ਜਿਹੜਾ ਯੂਥ ਫੈਸਟੀਵਲ ਸਾਨੂੰ ਮੁਕਾਬਲੇ ਲਈ ਤਿਆਰ ਕਰਦਾ, ਪਰ ਉੱਥੇ ਜਾ ਕੇ ਕਈ ਵਾਰੀ ਇਹ ਧਾਰਨਾ ਟੁੱਟ ਜਾਂਦੀ ਹੈ ਕਿ ਜਦੋਂ ਅਸੀਂ ਫਸਟ ਨਹੀਂ ਆਉਂਦੇ ਤਾਂ ਅਸੀਂ ਫਿਰ ਰੌਲਾ ਪਾਉਣ ਲੱਗ ਜਾਂਦੇ ਹਾਂ। ਅਸੀਂ ਕਹਿੰਦੇ ਕਿ ਸਾਡੇ ਨਾਲ ਧੱਕਾ ਹੋ ਗਿਆ। ਇਸ ਕਰਕੇ ਜਿਹੜੀ ਉਹ ਧਾਰਨਾ ਹੈਗੀ ਕਈ ਵਾਰੀ ਟੁੱਟ ਜਾਂਦੀ ਹੈ। ਪਰ ਦੂਜੇ ਪਾਸੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਜੇ ਆਏ ਹੋ ਤਾਂ ਇਹ ਸਿੱਖਣ ਸਿਖਾਉਣ ਦਾ ਪ੍ਰੋਸੈਸ ਹੈਗਾ ਜੀ। ਇਹ ਕੁਝ ਬਣਨ ਦਾ ਪ੍ਰੋਸੈਸ ਹੈਗਾ। ਜਦੋਂ ਤੁਸੀਂ ਫਸਟ ਨਹੀਂ ਆਉਂਦੇ ਤਾਂ ਤੁਸੀਂ ਸੋਚੋ ਕਿ ਅਸੀਂ ਕਿਉਂ ਨਹੀਂ ਆਏ, ਬਜਾਏ ਉਹਦੇ ਤੇ ਚਿੰਤਾ ਕਰਨ ਦੇ, ਬਜਾਏ ਉਹਦੇ ਤੇ ਲੜਨ ਤੇ, ਬਜਾਏ ਕਿ ਅਨੁਸ਼ਾਸਨ ਭੰਗ ਕਰਨ ਤੇ ਤੁਸੀਂ ਇਹਨੂੰ ਸੋਚੋ ਤਾਂ ਕਿ ਤੁਸੀਂ ਦੂਸਰੀ ਵਾਰੀ ਫਸਟ ਵੀ ਆ ਸਕਦੇ ਹੋ। ਤੁਸੀਂ ਜੇ ਦੂਸਰਿਆਂ ਦੀਆਂ ਗਲਤੀਆਂ ਨੋਟ ਕਰਦੇ ਆ ਤਾਂ ਤੁਸੀਂ ਆਪਦੀਆਂ ਗਲਤੀਆਂ ਵੀ ਨੋਟ ਕਰੋ। ਜੀ ਭਾਈ ਸਾਡੀ ਇੱਥੇ ਆਹ ਗਲਤੀ ਸੀਗੀ, ਜੇ ਉਹਦੀ ਇਹ ਗਲਤੀ ਸੀ, ਸਾਡੀ ਵੀ ਇਹ ਗਲਤੀ ਸੀਗੀ। ਤੋ ਸੰਦੇਸ਼ ਇਹੀ, ਸੰਦੇਸ਼ ਜਾਂ ਰਾਏ ਇਹੀ ਹੈਗੀ ਹੈ ਕਿ ਇਹਨੂੰ ਅਸੀਂ ਜੰਗ ਦਾ ਮੈਦਾਨ ਨਾ ਬਣਾਈਏ, ਇਹਨੂੰ ਅਸੀਂ ਮੁਕਾਬਲੇ ਦੀ ਸਿੱਖਣ ਸਿਖਾਉਣ ਦੇ ਪ੍ਰੋਸੈਸ ਦੇ ਵਿੱਚ ਜਾਈਏ ਕਿ ਅਸੀਂ ਜਿੰਨੇ ਵਾਰੀ ਵੱਧ ਸਟੇਜ ਦੇ ਉੱਤੇ ਜਾਵਾਂਗੇ ਓਨੇ ਵੱਧ ਸਿੱਖਾਂਗੇ, ਓਨੇ ਵੱਧ ਪਰਪੱਕ ਹੋਵਾਂਗੇ। ਇਸ ਕਰਕੇ ਮੰਚ ਦੇ ਨਾਲ ਜੁੜੇ ਰਹੋ। ਇਹੀ ਵੱਡੀ ਗੱਲ ਹੈਗੀ ਹੈ ਯੂਥ ਫੈਸਟੀਵਲਾਂ ਦੀ। ਆਪਸੀ ਪਿਆਰ ਬਣਾ ਕੇ ਰੱਖੋ, ਇਹੀ ਵੱਡੀ ਗੱਲ ਹੈਗੀ ਹੈ ਯੂਥ ਫੈਸਟੀਵਲਸ ਦੀ। ਜੀ, ਇਹੀ ਮਨੋਰਥ ਹੈ। ਬਿਲਕੁਲ। ਤੁਹਾਨੂੰ ਲੱਗਦਾ ਇਹ ਮਨੋਰਥ ਕਿਤੇ ਨਾ ਕਿਤੇ ਗਵਾਚ ਗਿਆ? ਬਿਲਕੁਲ, ਮੈਂ ਉਹੀ ਗੱਲ ਕੀਤੀ ਹੈ ਕਿ ਜਿਹੜੀ ਟੀਮ ਫਸਟ ਨਹੀਂ ਆਉਂਦੀ ਉਹ ਕਹਿੰਦੀ ਕਿ ਸਾਡਾ ਧੱਕਾ ਹੋ ਗਿਆ। ਉਹਦੇ 'ਚ ਇੱਕ ਦੋ ਚੀਜ਼ਾਂ ਹੋਰ ਵੀ ਨੇ ਕਿ ਇਸ ਵੇਲੇ ਕੁਝ ਪਾਲਿਸੀਜ਼ ਵੀ ਨੇ। ਪੁਰਾਣੇ ਟੀਚਰ ਜਿਹੜੇ ਸੀਗੇ ਕਿ ਇਸ ਵੇਲੇ ਰੈਗੂਲਰ ਟੀਚਰ ਸਾਡੇ ਕੋਲੇ ਬਹੁਤ ਘੱਟ ਨੇ, ਟੀਚਰ ਚੇਂਜ ਹੋ ਜਾਂਦੇ ਨੇ, ਉਹ ਵਿਦਿਆਰਥੀਆਂ ਦੇ ਨਾਲ ਜੁੜੇ ਹੁੰਦੇ ਨੇ, ਅਗਲੀ ਵਾਰੀ ਕਿਸੇ ਹੋਰ ਥਾਂ 'ਤੇ ਚਲੇ ਜਾਂਦੇ ਨੇ। ਤਾਂ ਉਹ ਜਿਹੜੇ
ਟੀਚਰ ਨੇ ਇੱਕ ਬੱਚੇ ਕੁਝ ਚੁਣੇ ਹੁੰਦੇ ਆ, ਉਹ ਅਗਲੇ ਜਾ ਕੇ ਕਿਸੇ ਹੋਰ ਕਾਲਜ 'ਚ ਸਕੂਲ 'ਚ ਕਿਤੇ ਚਲੇ ਜਾਂਦੇ ਨੇ, ਤਾਂ ਉਹਦੇ ਨਾਲ ਉਹ ਜਿਹੜੀ ਟੀਮ ਵੀ ਖੰਡਿਤ ਹੋ ਜਾਂਦੀ ਆ। ਕੁਝ ਸਾਡੀਆਂ ਪਾਲਿਸੀਜ਼ ਇਹੋ ਜਿਹੀਆਂ ਨੇ ਤਾਂ ਜਿਹਦੇ ਕਰਕੇ ਜਿਹੜੇ ਪਹਿਲਾਂ ਸੀਗੇ ਕਿ ਇੱਕ ਟੀਚਰ ਦੇ ਨਾਲ ਕਿੰਨੇ ਸਾਲ ਇੱਕ ਟੀਚਰ ਆ ਜਿਹੜਾ ਯੂਥ ਕੋਆਰਡੀਨੇਟਰ ਦੇ ਤੌਰ ਤੇ ਕੰਮ ਕਰਦਾ ਸੀ, ਤੇ ਉਹਦੇ ਨਾਲ ਇੱਕ ਪੂਰਾ 10-20 ਸਾਲ ਦੇ ਬੱਚੇ ਆ ਜਿਹੜੇ ਉਹ ਜੁੜੇ ਹੁੰਦੇ ਸੀ। ਪਰ ਹੁਣ 10-20 ਸਾਲ ਕੋਈ ਟੀਚਰ ਕਿਸੇ ਸੰਸਥਾ ਦੇ ਵਿੱਚ ਰਹਿੰਦਾ ਹੀ ਨਹੀਂ। ਸਾਡੀਆਂ ਕੁਝ ਇਹੋ ਜਿਹੀਆਂ ਘਾਟਾਂ ਜਿਹੜੀਆਂ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਆਈਆਂ ਹੋਈਆਂ ਨੇ, ਤਾਂ ਉਹ ਜਿਹੜੀਆਂ ਘਾਟਾਂ ਹੈਗੀਆਂ ਨੇ ਉਹਦੀ ਵਜ੍ਹਾ ਕਰਕੇ ਇਹ ਡਾਊਨਫਾਲ ਵੀ ਆਇਆ ਹੋਇਆ। ਪਰ ਦੂਸਰੇ ਪਾਸੇ ਅਸੀਂ ਇਹ ਵੀ ਹੈਗਾ ਕਿ ਵਿਦਿਆਰਥੀਆਂ ਲਈ ਹੈਗਾ ਕਿ ਵਾਰ-ਵਾਰ ਮੈਂ ਉਹੀ ਗੱਲ ਕਰ ਰਿਹਾ ਕਿ ਇਹਨੂੰ ਅਸੀਂ ਜੰਗ ਦਾ ਮੈਦਾਨ ਨਾ ਬਣਾ ਕੇ ਅਸੀਂ ਸਿੱਖਣ ਸਿਖਾਉਣ ਦੇ ਪ੍ਰੋਸੈਸ ਦੇ ਨਾਲ ਜ਼ਿਆਦਾ ਜੁੜੀਏ। ਔਰ ਤੁਸੀਂ ਜਦੋਂ 5-10 ਸਾਲਾਂ ਬਾਅਦ ਇਹਨੂੰ ਜਦੋਂ ਸੋਚੋਗੇ ਕਿ ਹਾਂ, ਉਦੋਂ ਮੈਨੂੰ ਬਾਅਦ 'ਚ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਐਵੇਂ ਬਿਨਾਂ ਗੱਲ ਦੇ ਉੱਤੋਂ ਹੀ ਰੌਲਾ ਪਾਈ ਗਏ, ਕੋਈ ਐਸੀ ਗੱਲ ਨਹੀਂ ਹੈਗੀ ਸੀਗੀ। ਸੋ ਵੱਧ ਤੋਂ ਵੱਧ ਸਟੇਜ 'ਤੇ ਆਓ, ਵੱਧ ਤੋਂ ਵੱਧ ਸਿੱਖੋ, ਇਹੀ ਮੈਂ ਕਹਿਣਾ ਚਾਹੁੰਦਾ। ਸਟੇਜ ਸਿੱਖਣ ਦੀ ਥਾਂ ਹੈ ਜੀ, ਉੱਥੋਂ ਅਸੀਂ ਸਿੱਖ ਕੇ ਫਿਰ ਜੀਵਨ ਦੀ ਸਟੇਜ ਦੇ ਉੱਤੇ ਜੋ ਜੀਵਨ ਦਾ ਨਾਟਕ ਹੈ ਉਹਨੂੰ ਚੰਗੀ ਤਰ੍ਹਾਂ ਖੇਡ ਸਕਦੇ ਹਾਂ। ਤਾਂ ਸਹੀ ਸੋਚ, ਸਕਾਰਾਤਮਕ ਸੋਚ, ਔਰ ਅਸੀਂ ਦੂਜੇ ਦੇ ਬਾਰੇ ਵੀ ਸੋਚੀਏ, ਕ੍ਰੀਏਟਿਵ ਵੀ ਬਣੀਏ, ਕਿਉਂਕਿ ਸਾਡੇ ਉੱਤੇ ਸਮਾਜ ਦੀ ਵੀ ਜ਼ਿੰਮੇਵਾਰੀ ਹੈ, ਸਾਡੇ ਉੱਤੇ ਆਪਣੇ ਪਰਿਵਾਰਾਂ ਦੀ ਵੀ ਜ਼ਿੰਮੇਵਾਰੀ ਹੈ, ਸਾਡੇ ਉੱਤੇ ਸਾਡੇ ਆਪਣੇ ਜੀਵਨ ਦੀ ਵੀ ਜ਼ਿੰਮੇਵਾਰੀ ਹੈ। ਤਾਂ ਯੁਵਕ ਮੇਲੇ ਭਾਵੇਂ ਉਹ ਕਾਲਜਾਂ ਦੇ ਵਿੱਚ ਹੁੰਦੇ ਨੇ, ਭਾਵੇਂ ਕੋਈ ਪ੍ਰਾਈਵੇਟ ਸੰਸਥਾ ਕਰਵਾਉਂਦੀ ਹੈ, ਜਿੱਥੇ ਵੀ ਯੁਵਕ ਮੇਲੇ ਹੋ ਰਹੇ ਨੇ ਤਾਂ ਉਹਨਾਂ ਦਾ ਮਨੋਰਥ ਇੱਕੋ ਹੀ ਹੈ ਕਿ ਇਸ ਤਰ੍ਹਾਂ ਦਾ ਯੁਵਕ ਤਿਆਰ ਕਰੋ ਜੋ ਇੱਕ ਬਿਹਤਰ ਇਨਸਾਨ ਸਾਬਿਤ ਹੋਵੇ, ਜੋ ਇੱਕ ਬਿਹਤਰ ਨਾਗਰਿਕ ਸਾਬਿਤ ਹੋਵੇ, ਤਾਂ ਕਿ ਇਸ ਸੰਸਾਰ ਦੇ ਵਿੱਚ ਉਹ ਸ਼ਾਂਤੀ ਸਥਾਪਿਤ ਹੋ ਸਕੇ ਜੋ ਥੀਏਟਰ ਦਾ ਮਨੋਰਥ ਹੈ। ਬਿਲਕੁਲ। ਔਰ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ, ਹਰ ਬੱਚੇ ਨੂੰ ਪਿਛਲਾ ਜਿਹੜਾ ਦੌਰ ਸੀ ਸਾਡਾ ਕੋਵਿਡ ਦਾ, ਜਦੋਂ ਅਸੀਂ ਮੰਚਾਂ ਤੋਂ ਦੂਰ ਰਹੇ ਹਾਂ, ਸਾਨੂੰ ਇਹਨਾਂ ਚੀਜ਼ਾਂ ਦੀ ਅਹਿਮੀਅਤ ਹੋਰ ਜ਼ਿਆਦਾ ਪਤਾ ਲੱਗੀ ਹੋਣੀ ਹੈ ਕਿ ਸਟੇਜ, ਇੱਕ ਦੂਸਰੇ ਨੂੰ ਮਿਲਣਾ, ਇੱਕ ਦੂਸਰੇ ਦੇ ਨਾਲ ਜੁੜਨਾ, ਇੱਕ ਦੂਸਰੇ ਦੇ ਨਾਲ ਤੁਰਨਾ ਕਿੰਨੀ ਵੱਡੀ ਗੱਲ ਆ ਔਰ ਕਿੰਨੀ ਅਹਿਮੀਅਤ ਹੈਗੀ ਆ। ਔਰ ਇਸ ਚੀਜ਼ ਨੂੰ ਇੰਜੋਏ ਕਰਨਾ ਜਿਹੜਾ ਹੈਗਾ ਉਹ ਸਭ ਤੋਂ ਖੂਬਸੂਰਤ ਗੱਲ ਜੀ। ਔਰ ਜਦੋਂ ਥੀਏਟਰ ਦੇ ਵਿੱਚ ਐਜੂਕੇਸ਼ਨ ਹੈ, ਨੌਲੇਜ ਹੈ, ਤਾਂ ਹੀ ਉਹਨੂੰ ਥੀਏਟਰ ਕਹਿ ਸਕਦੇ ਹਾਂ। ਜੇ ਉਹਦੇ ਵਿੱਚੋਂ ਐਜੂਕੇਸ਼ਨ, ਨੌਲੇਜ ਅਸੀਂ ਮਾਈਨਸ ਕਰ ਦਿੰਦੇ ਹਾਂ ਤਾਂ ਉਹ ਥੀਏਟਰ ਨਹੀਂ ਰਹਿ ਜਾਂਦਾ, ਕਿਉਂਕਿ ਥੀਏਟਰ ਹੈ ਹੀ ਐਜੂਕੇਸ਼ਨ ਦੇਣ ਦਾ, ਗਿਆਨ ਦੇਣ ਦਾ ਇੱਕ ਤਰੀਕਾ ਹੈ। ਔਰ ਇਸ ਗਿਆਨ ਨੂੰ ਹੋਰ ਅੱਗੇ ਵਧਾਈਏ, ਥੀਏਟਰ ਨੂੰ ਹੋਰ ਅੱਗੇ ਵਧਾਈਏ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਔਰ ਸਾਡੇ ਵੱਲੋਂ ਸ਼ੁਭ ਇੱਛਾਵਾਂ ਕਿ ਇਸੇ ਤਰ੍ਹਾਂ ਹੀ ਤੁਸੀਂ ਥੀਏਟਰ ਦੇ ਖੇਤਰ ਦੇ ਵਿੱਚ ਕੰਮ ਕਰਦੇ ਰਹੋ। ਬਹੁਤ ਸ਼ੁਕਰੀਆ। ਤੁਹਾਡਾ ਵੀ ਸ਼ੁਕਰੀਆ। ਇਸ ਜੱਗ ਤੇ ਯਾਰਾਂ ਵਾਸਤੇ ਹਾਂ ਤੁਰ ਪੈਂਦੇ ਅੱਗ ਤੇ, ਕੱਚੇ ਧਾਗਿਆਂ ਨਾ ਗੰਢਦੇ ਨਾ ਯਾਰੀਆਂ।